ਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ, ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ, ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਧਰੋਂ ਧਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਾਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਕਿਤਕ ਦਿਵਸ ਬੀਤੇ ਇਸ ਭਾਂਤੀ, ਆਈ ਬਹੁਰ ਵਿਆਹ ਕੀ ਪਾਤੀ। ਹਰੀ ਚੰਦ ਗੁਰ ਸਸੁਰੋ ਦੂਜਾ, ਸ੍ਰੀ ਅਰਜਨ ਕੋ ਜਿਸਨੇ ਪੂਜਾ। ਕਿਤਕ ਦਿਵਸ ਬੀਤੇ ਇਸ ਭਾਂਤੀ, ਆਈ ਬਹੁਰ ਵਿਆਹ ਕੀ ਪਾਤੀ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਦੀਨ ਦਿਆਲ, ਕਿਰਪਾਲ, ਅੰਤਰਜਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ, ਦਾਸਾਂ, ਗਰੀਬਾਂ, ਸਿੱਖਾਂ, ਸੇਵਕਾਂ ਸਭਨਾਂ ਦੇ ਉੱਤੇ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ, ਧੰਨ 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 ਸਤਿਗੁਰੂ ਜੀ, ਗਰੀਬ ਨਵਾਜ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਦੇ ਵਿੱਚ ਆਪ ਸਾਰੀਆਂ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਸੱਜ ਕੇ ਬੈਠੇ ਹੋ। ਪਿਛਲੇ ਕਈ ਦਿਨਾਂ ਤੋਂ ਲੜੀਵਾਰ ਕਥਾ ਦਾ ਨਾਗਾ ਸੀਗਾ।
ਅੱਜ ਗੁਰੂ ਜੀ ਨੇ ਮਿਹਰ ਕੀਤੀ ਹੈ। ਕੱਲ ਜਦੋਂ ਹਾਜ਼ਰੀ ਭਰੀ, ਸ਼ਾਮ ਨੂੰ ਤੁਸੀਂ ਸਿਮਰਨ ਕੀਤਾ ਤੇ ਮਹਾਰਾਜ ਜੀ ਦਾ ਜਿਹੜਾ ਮੁੱਖ ਵਾਕ ਆਇਆ, ਉਹਦੇ ਵਿੱਚ ਹੁਕਮ ਸੀਗਾ ਵੀ ਮਿਲ ਹਰ ਹਰ ਕਥਾ ਕਰੋ। ਮੈਂ ਮਨ 'ਚ ਆਪਣੇ ਸੋਚਿਆ ਵੀ ਨਾਗੇ ਬੜੇ ਪੈ ਗਏ, ਤੇ ਜਿੱਥੇ ਸੰਗਤ ਨੇ ਕਹਿਣਾ ਹੁਣ ਤੇ ਗੁਰੂ ਸਾਹਿਬ ਵੀ ਕਹਿਣ ਲੱਗ ਪਏ ਵੀ ਕਥਾ ਫਿਰ ਸ਼ੁਰੂ ਕਰੋ। ਸੋ ਗੁਰੂ ਸਾਹਿਬ ਜੀ ਦੀ ਮਿਹਰ ਹੋਈ, ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ, ਬਖਸ਼ਿਸ਼ ਹੋਈ ਹੈ। ਆਓ ਪਿਆਰ ਨਾਲ ਸਾਰੀ ਸੰਗਤ ਕਹੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਫਿਰ ਕਹੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਫਿਰ ਕਹੋ ਜੀ ਸ੍ਰੀ ਸ੍ਰੀ ਵਾਹਿਗੁਰੂ। ਵਾਹਿਗੁਰੂ। ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਛੇਵੇਂ ਪਾਤਸ਼ਾਹ, ਦਲਾਂ ਨੂੰ ਭੰਜਣ ਵਾਲੇ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਥਾ ਚੱਲ ਰਹੀ ਹੈ। ਸਤਿਗੁਰੂ ਜੀ ਮਹਾਰਾਜ ਲਾਹੌਰ ਤੋਂ ਆਏ ਹਨ, ਸਾਧ ਸੰਗਤ ਜੀ ਨਾਲ ਹੀ ਕੌਲਾਂ ਜੀ ਆਏ ਹਨ ਜੀ। ਤੇ ਤੁਸੀਂ ਸੁਣਿਆ ਕਾਜੀ ਵੀ ਆਇਆ ਜੀ। ਜੋ ਜੋ ਕਾਜੀ ਦੇ ਨਾਲ ਹੋਇਆ ਉਹ ਵੀ ਤੁਸੀਂ ਸੁਣਿਆ। ਕਾਜੀ ਨੇ ਪੁਕਾਰ ਵੀ ਕੀਤੀ, ਪਰ ਉਹਦੀ ਪੁਕਾਰ ਦਾ ਬਹੁਤਾ ਅਸਰ ਨਹੀਂ ਪਿਆ ਜੀ। ਗੁਰੂ ਸਾਹਿਬ ਸੁਦਾਸਰ ਦੀ ਧਰਤੀ ਤੇ ਨੇ। ਸੁਦਾਸਰ ਅੰਮ੍ਰਿਤ ਸਰੋਵਰ ਦਾ ਨਾਮ ਹੈ, ਤੇ ਅੰਮ੍ਰਿਤਸਰ ਦਾ ਹੀ ਮਤਲਬ ਅੰਮ੍ਰਿਤ ਸਰੋਵਰ ਹੈਗਾ ਜੀ। ਸਰ ਮਤਲਬ ਸਰੋਵਰ। ਸਾਡੇ ਸ਼ਹਿਰ ਦਾ ਨਾਮ ਜਿਹੜਾ ਹੈ ਨਾ, ਇਹ ਸਰੋਵਰ ਦੇ ਨਾਮ ਤੇ ਪਿਆ ਹੋਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਸਰੋਵਰ ਦੇ ਨਾਮ ਤੇ ਆਪਣੇ ਸ਼ਹਿਰ ਦਾ ਨਾਮ ਹੈ ਅੰਮ੍ਰਿਤਸਰ। ਸੱਚੇ ਪਾਤਸ਼ਾਹ ਮਹਾਰਾਜ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਸੁਭਾਏਮਾਨ ਹਨ। ਬਹੁਤ ਆਨੰਦ ਵਿਲਾਸ ਹੋ ਰਹੇ ਹਨ। ਆਸੇ ਪਾਸਿਓਂ ਸੰਗਤਾਂ ਆ ਰਹੀਆਂ ਹਨ, ਦੇਸ਼ਾਂ ਵਿਦੇਸ਼ਾਂ 'ਚੋਂ ਸੰਗਤਾਂ ਆ ਰਹੀਆਂ ਹਨ, ਜੈ ਜੈਕਾਰ ਕਰ ਰਹੀਆਂ ਹਨ। ਕੋਈ ਕੁਝ ਲੈ ਕੇ ਗੁਰੂ ਜੀ ਵਾਸਤੇ ਆ ਰਿਹਾ, ਕੋਈ ਕੁਝ ਲੈ ਕੇ ਆ ਰਿਹਾ। ਮਾਇਆ ਦੇ ਢੇਰ ਲੱਗ ਰਹੇ ਹਨ ਜੀ। ਸ਼ਸਤਰ ਬੜੇ ਤਰ੍ਹਾਂ ਦੇ ਆ ਰਹੇ ਹਨ, ਘੋੜੇ ਬੜੇ ਤਰ੍ਹਾਂ ਦੇ ਆ ਰਹੇ ਹਨ, ਤੇ ਗੁਰੂ ਸਾਹਿਬ ਜੀ ਪਹਿਲਵਾਨਾਂ ਦਾ ਘੋਲ ਵੀ ਕਰਾਉਂਦੇ ਆ, ਸ਼ਸਤਰ ਵਿਦਿਆ ਦੇ ਕਰਤੱਵ ਵੀ ਵੇਖਦੇ ਆ, ਘੋੜਸਵਾਰੀ ਦੇ ਜੌਹਰ ਵੀ ਵਿਖਾਉਂਦੇ ਆ। ਸੋ ਇਹ ਸਾਰਾ ਕੁਝ ਆਪ ਵੀ ਕਰਦੇ ਆ ਮਹਾਰਾਜ, ਤੇ ਗੁਰਸਿੱਖਾਂ ਪਾਸੋਂ ਵੀ ਕਰਾਉਂਦੇ ਆ। ਫੌਜ ਹੈ ਨਾ ਜਿਹੜੀ, ਫੌਜ ਕਿਉਂ ਮਹਾਰਾਜ ਨੇ ਫੌਜ ਰੱਖੀ ਹੈ ਜੀ। ਤੇ ਸੰਗਤ ਦੀ ਜਿਹੜੀ ਫੌਜ ਹੈ, ਫੌਜ ਟ੍ਰੇਨਿੰਗ ਕਰਦੀ ਰਵੇ ਤੇ ਠੀਕ ਹੈ। ਹੁਣ ਵੇਖੋ, ਜੰਗ ਤੇ ਨਹੀਂ ਲੱਗੀ ਹੁੰਦੀ, ਪਰ ਪਰੇਡ ਤਾਂ ਫੌਜ ਕਰਦੀ ਹੈ ਨਾ। ਉਹਨਾਂ ਦੀ ਪਰੇਡ ਹੁੰਦੀ ਆ, ਰੋਜ਼ ਉਸ ਹਿਸਾਬ ਨਾਲ ਉਹ ਜਾਂਦੇ ਆ, ਹਾਜ਼ਰੀ ਲੱਗਦੀ ਹੈ, ਉਸ ਤਰੀਕੇ ਨਾਲ ਤੁਰਨਾ, ਸਭ ਕੁਝ ਕਰਨਾ। ਕਿਉਂ? ਕੰਮ ਭੁੱਲ ਨਾ ਜਾਵੇ। ਆਖੋ ਵਾਹਿਗੁਰੂ। ਵਾਹਿਗੁਰੂ। ਕੰਮ ਭੁੱਲ ਨਾ ਜਾਵੇ, ਅਭਿਆਸ ਚੱਲਦਾ ਰਵੇ। ਇਸੇ ਕਰਕੇ ਗੁਰੂ ਜੀ ਨੇ ਨਿਤਨੇਮ ਦਿੱਤਾ, ਅਭਿਆਸ ਚੱਲਦਾ ਹੀ ਰਵੇ, ਭੁੱਲ ਨਾ ਜਾਵੇ। ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਬੜੇ ਕਰਤੱਵ ਕਰ ਰਹੇ ਨੇ, ਚੋਜ ਕਰ ਰਹੇ ਆ। ਇਤਿਹਾਸ ਵਿੱਚ ਜ਼ਿਕਰ ਆਇਆ, ਜਗਤ ਮਾਤਾ ਧੰਨ ਧੰਨ ਮਾਤਾ ਗੰਗਾ ਜੀ। ਮਾਤਾ ਗੰਗਾ ਜੀ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੇਰਾ ਚਿੱਤ ਕਰਦਾ ਮੈਂ ਪੋਤਰੇ ਦਾ ਮੂੰਹ ਵੇਖਾਂ, ਮੁਖ ਵੇਖਾਂ। ਤੁਹਾਡੇ ਪਿਤਾ ਜੀ ਕਹਿ ਗਏ ਵੀ ਵਧੀ ਵੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ। ਤੇ ਮਹਾਰਾਜ ਪੀੜੀ ਅੱਗੇ ਵਧੇ। ਗੁਰੂ ਸਾਹਿਬ ਜੀ ਕਹਿਣ ਲੱਗੇ, ਮਾਤਾ ਜੀ ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ, ਇਹ ਕਾਰਜ ਵੀ, ਵੰਸ਼ ਵੀ ਵਧੇਗੀ। ਆਖੋ ਵਾਹਿਗੁਰੂ। ਵਾਹਿਗੁਰੂ। ਚੱਲੀ ਪੀੜੀ ਸੋਢੀਆਂ ਵੀ ਹੋਏਗਾ, ਇਹ ਵੀ ਕਾਰਜ ਹੋਏਗਾ। ਸੋ ਸਾਧ ਸੰਗਤ ਜੀ, ਗੁਰੂ ਸਾਹਿਬ ਨੇ ਮਿਹਰ ਕੀਤੀ, ਬਖਸ਼ਿਸ਼ ਕੀਤੀ। ਜਗਤ ਮਾਤਾ ਧੰਨ ਮਾਤਾ ਦਮੋਦਰੀ ਜੀ ਦੇ ਗ੍ਰਹਿ ਵਿਖੇ ਬਾਬਾ ਗੁਰਦਿੱਤਾ ਜੀ ਦੇ ਆਗਮਨ ਹੋਣ ਦਾ ਜਿਹੜਾ ਸਮਾਂ, ਉਹ ਨੇੜੇ ਆਉਣ ਲੱਗ ਪਿਆ ਜੀ। ਸਤਿਗੁਰੂ ਜੀ ਦੇ ਸਭ ਤੋਂ ਪਹਿਲੇ ਸਪੁੱਤਰ ਧੰਨ ਧੰਨ ਬਾਬਾ ਜੀ, ਬਾਬਾ ਗੁਰਦਿੱਤਾ ਸਾਹਿਬ ਜੀ ਹਨ ਜੀ। ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਸਰਵਣ ਕਰਨੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਸੁਰਤੀਆਂ ਜੋੜੀਏ, ਤੇ ਮਾਲਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਰੀਏ ਧਿਆਨ, ਤੇ ਗੱਜ ਕੇ ਸਾਰੀ ਸੰਗਤ ਕਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਹ ਰੱਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ।
ਕਿਤਕ ਦਿਵਸ ਬੀਤੇ ਇਸ ਭਾਂਤੀ। ਕਈ ਦਿਨ ਇਸ ਤਰੀਕੇ ਨਾਲ ਲੰਘੇ ਜੀ। ਫਿਰ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਹਨ, ਸੰਗਤਾਂ ਆ ਰਹੀਆਂ ਹਨ, ਦਰਸ਼ਨ ਮਹਾਰਾਜ ਦੇ ਰਹੇ ਆ, ਨਾਮ ਦੀਆਂ ਦਾਤਾਂ ਵੰਡ ਰਹੇ ਆ, ਸਾਰਿਆਂ ਨੂੰ ਸੁੱਖ ਦੇ ਰਹੇ ਹਨ। ਕਈ ਦਿਨ ਇਸ ਤਰੀਕੇ ਨਾਲ ਲੰਘ ਗਏ। ਆਈ ਬਾਹਰ ਵਿਆਹ ਕੀ ਪਾਤੀ। ਆਖੋ ਸਾਰੇ ਸ੍ਰੀ ਵਾਹਿਗੁਰੂ ਵਾਹਿਗੁਰੂ। ਤੇ ਸਾਧ ਸੰਗਤ ਜੀ ਫਿਰ ਵਿਆਹ ਦੀ ਪੱਤਰੀ ਆਈ ਜੀ, ਸਾਏ ਚਿੱਠੀ ਆ ਗਈ ਜੀ। ਹਾਂਜੀ, ਤੇ ਤੁਹਾਨੂੰ ਪਤਾ ਹੈ ਵੀ ਇਹ ਫਿਰ ਤੁਸੀਂ ਤੇ ਵੱਧ ਸਿਆਣੇ ਬੈਠੇ ਜੇ ਮੇਰੇ ਤੋਂ, ਇਹ ਲੜਕੀ ਵਾਲਿਆਂ ਨੇ ਭੇਜਣੀ ਹੁੰਦੀ ਹੈ। ਹਾਂਜੀ, ਹਰੀ ਚੰਦ ਗੁਰ ਸਸੁਰੋ ਦੂਜਾ। ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੂਸਰੇ ਸਹੁਰਾ ਸਾਹਿਬ, ਪਹਿਲਾਂ ਤਾਂ ਡੱਲੇ ਪਿੰਡ ਵਿੱਚ ਬਾਬਾ ਨਰਾਇਣ ਦਾਸ ਜੀ, ਦੂਸਰੇ ਸਹੁਰਾ ਸਾਹਿਬ ਮਹਾਰਾਜ ਜੀ ਦੇ ਬਾਬਾ ਹਰੀ ਚੰਦ ਜੀ। ਹਾਂਜੀ, ਸ੍ਰੀ ਅਰਜਨ ਕੋ ਜਿਸਨੇ ਪੂਜਾ। ਹਰੀ ਚੰਦ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬੜੀ ਸੇਵਾ ਕੀਤੀ ਸੀਗੀ ਜੀ। ਸਤਿਗੁਰੂ ਜੀ ਦੇ ਕੋਲੋਂ ਬੜੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਸਨ ਜੀ। ਹਾਂਜੀ, ਇੱਕ ਦਿਨ ਦੋਨੋਂ ਭਈ ਸਗਾਈ। ਇੱਕੋ ਦਿਨ ਹੀ ਦੋਵੇਂ ਸਗਾਈਆਂ ਹੋਈਆਂ ਸਨ ਜੀ। ਨਰਾਇਣ ਦਾਸ ਜੀ ਵੀ ਉੱਠੇ ਸੀ ਤੇ ਹਰੀ ਚੰਦ ਜੀ ਵੀ ਉੱਠੇ ਸੀਗੇ ਜੀ। ਹਾਂਜੀ, ਚੰਦੂ ਸੁਤਾ ਕੀ ਜਬੈ ਹਟਾਈ। ਕਥਾ ਤੁਸੀਂ ਸਾਰੀ ਸੁਣੀ ਹੈ, ਪ੍ਰਸੰਗ ਤੁਸੀਂ ਸੁਣਿਆ, ਮਗਰ ਕਿ ਜਦੋਂ ਚੰਦੂ ਦੀ ਧੀ ਦਾ ਰਿਸ਼ਤਾ ਮੋੜਿਆ ਮਹਾਰਾਜ ਨੇ, ਤੇ ਸੰਗਤ ਵਿੱਚ ਹੀ ਉੱਠ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਿਹਰ ਨਾਲ ਦੋ ਰਿਸ਼ਤੇ ਹੋ ਗਏ ਸਨ ਜੀ। ਇੱਕ ਟੁੱਟਾ ਸੀ, ਦੋ ਹੋ ਗਏ ਸਨ। ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠ। ਸੋ ਮਹਾਰਾਜ ਗਰੀਬ ਨਵਾਜ ਜੀ ਦੀ ਕਿਰਪਾ ਨਾਲ ਉਸ ਸਮੇਂ ਸੇ ਸਗਾਈ ਹੋਈ ਸੀਗੀ। ਹਾਂਜੀ, ਹਰੀ ਚੰਦ ਕੀ ਜੋ ਸੋ ਕੁਮਾਰੀ। ਬਾਬਾ ਹਰੀ ਚੰਦ ਜੀ ਦੀ ਜਿਹੜੀ ਬੱਚੀ ਹੈ, ਹਾਂਜੀ, ਬੈਸ ਅਲਪ ਕੀ ਸੁਤਾ ਵਿਚਾਰੀ। ਸਾਧ ਸੰਗਤ ਜੀ ਉਹਨਾਂ ਦੀ ਉਮਰ ਉਦੋਂ ਛੋਟੀ ਸੀਗੀ ਜਦੋਂ ਸਗਾਈ ਹੋਈ ਜੀ, ਉਮਰ ਛੋਟੀ ਸੀਗੀ। ਅੱਜ ਤਾਂ ਜਦੋਂ ਵਿਆਹ ਕਰਦੇ ਆ ਤੇ ਸਾਧ ਸੰਗਤ ਜੀ ਜਿਹੜਾ ਏਜ ਫੈਕਟਰ ਹੈ, ਅਸੀਂ ਕਹਿੰਦੇ ਆ ਵੀ ਲੜਕਾ ਜਿਹੜਾ ਹੈ, ਸਿੰਘ ਜਿਹੜਾ ਹੈ, ਉਹ ਬੱਚੀ ਤੋਂ 2-4 ਸਾਲ ਵੱਡਾ ਹੋਵੇ। ਆਖੋ ਵਾਹਿਗੁਰੂ ਵਾਹਿਗੁਰੂ। ਤੇ ਲੜਕੀ 2-4 ਸਾਲ ਛੋਟੀ ਵੀ ਹੋਵੇ ਸਰ ਜਾਏਗਾ। ਪਹਿਲਾਂ ਸਾਧ ਸੰਗਤ ਜੀ ਐਸਾ ਨਹੀਂ ਸੀ ਹੁੰਦਾ। ਪਹਿਲਾਂ ਤਾਂ 10-10 ਸਾਲ ਛੋਟੀਆਂ ਵੀ ਚੱਲ ਜਾਂਦੀਆਂ ਸੀ। ਪਰ ਇੱਕ ਗੱਲ ਸ਼ੁਰੂ ਤੋਂ ਮੰਨੀ ਹੈ ਵੀ ਇਹ ਨਾ ਹੋਵੇ ਵੀ ਬੀਬੀ ਦੀ ਉਮਰ ਵੱਡੀ ਹੋਵੇ ਤੇ ਬੰਦੇ ਦੀ ਛੋਟੀ ਹੋਵੇ, ਉਹ ਵੀ ਨਹੀਂ ਫੱਬਦਾ। ਸੋ ਬਾਬਾ ਹਰੀ ਚੰਦ ਜੀ ਦੀ ਬੱਚੀ ਦੀ ਉਮਰ ਉਦੋਂ ਛੋਟੀ ਸੀਗੀ। ਹਾਂਜੀ, ਜਾਂ ਤੇ ਵਿਆਹ ਪ੍ਰਥਮ ਨੇ ਕੀਓ। ਇਸ ਕਰਕੇ ਚਾਹੁੰਦੇ ਤਾਂ ਉਦਣ ਹੀ ਦੋਵੇਂ ਵਿਆਹ ਹੋ ਸਕਦੇ ਸਨ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਦੋਂ ਇਸ ਕਰਕੇ ਅਜੇ ਵਿਆਹ ਕਾਰਜ ਨਹੀਂ ਸੀ ਕੀਤਾ ਜੀ। ਹਾਂਜੀ, ਸਮੋ ਜਾਨ ਕਾਗਦ ਪਠ ਦਿਓ। ਤੇ ਹੁਣ ਸਮਾਂ ਠੀਕ ਹੈ, ਹੁਣ ਮਾਤਾ ਜੀ ਦੀ ਉਮਰ ਵੀ ਵੱਡੀ ਹੋ ਗਈ ਹੈ। ਇਸ ਕਰਕੇ ਬਾਬਾ ਹਰੀ ਚੰਦ ਜੀ ਨੇ ਕਾਗਜ਼ ਉੱਤੇ ਚਿੱਠੀ ਲਿਖੀ ਸੀ। ਹਾਂਜੀ, ਮਾਸ ਵਿਸਾਖ ਪ੍ਰਥਮ ਦਿਨ ਮਾਹੀ। ਹਾਂਜੀ, ਲਿਖ ਭੇਜਿਓ ਸ਼੍ਰੀ ਗੰਗਾ ਪਾਹੀ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਤੇ ਸਾਧ ਸੰਗਤ ਜੀ ਫਿਰ ਦਿਨ ਕਿਹੜਾ ਲਿਖਿਆ ਜੀ? 1 ਵਿਸਾਖ ਨੂੰ। ਵਿਸਾਖੀ ਵਾਲੇ ਦਿਨ ਮਹਾਰਾਜ ਬਰਾਤ ਲੈ ਕੇ ਆਓ, ਇਹ ਜਿਹੜੀ ਉਹ ਗੱਲ ਲਿਖ ਦਿੱਤੀ ਜੀ। ਵੇਖ ਲਓ, ਅੱਜ ਵਿਸਾਖੀ ਦੀ ਨਵੀਂ ਗੱਲ ਵੀ ਪਤਾ ਲੱਗ ਗਈ ਨਾ ਆਪਾਂ। ਜਿੱਥੇ ਖਾਲਸਾ ਸਾਜਣਾ ਦਿਵਸ ਹੁੰਦਾ ਹੈ, ਉੱਥੇ 1 ਵਿਸਾਖ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਿਆਹ ਪੁਰਬ ਵੀ ਹੁੰਦਾ ਹੈ ਜੀ। ਹਾਂਜੀ, ਸ਼ਾਦੀ ਪਰ ਸ਼ਾਦੀ ਅਹਿਲਾਦੀ। ਤੇ ਖੁਸ਼ੀ ਉੱਤੇ ਖੁਸ਼ੀ ਹੋਰ ਹੋ ਜਾਏਗੀ। ਵਿਸਾਖ ਵਾਲਾ ਦਿਨ ਹਰ ਥਾਂ ਪੂਜਿਆ, ਬੜਾ ਮੰਨਤਾ ਵਾਲਾ ਹੈ ਜੀ। ਹਾਂਜੀ, ਵਧਿਤ ਸਮਾਜ ਅਧਿਕ ਗੁਰ ਗਾਦੀ। ਸੋ ਖੁਸ਼ੀਆਂ ਤੇ ਖੁਸ਼ੀਆਂ ਹੀ ਨੇ, ਖੁਸ਼ੀਆਂ ਤੇ ਖੁਸ਼ੀਆਂ ਹੀ ਨੇ। ਗੁਰੂ ਘਰ ਦਾ ਤੇਜ ਪ੍ਰਤਾਪ ਵੱਧ ਰਿਹਾ ਦਿਨੋਂ ਦਿਨ ਸਾਧ ਸੰਗਤ ਜੀ।
ਹਾਂਜੀ। ਸੁਨ ਸੁਨ ਗੁਰ ਕੀ ਦਾਸ ਰੋ ਦਾਸੀ। ਤੇ ਜਦੋਂ ਪਤਾ ਲੱਗਾ ਨਾ ਵੀ ਬਾਬਾ ਹਰੀ ਚੰਦ ਜੀ ਨੇ ਸਾਇ ਚਿੱਠੀ ਭੇਜਤੀ ਹੈ, ਤੇ 1 ਵਿਸਾਖ ਨੂੰ ਵਿਆਹ ਦਾ ਦਿਨ ਜਿਹੜਾ ਉਹ ਨਿਯਤ ਕਰ ਦਿੱਤਾ ਗਿਆ ਗੁਰੂ ਜੀ ਦੀ ਸਲਾਹ ਨਾਲ। ਤੇ ਸਾਧ ਸੰਗਤ ਜੀ, ਗੁਰੂ ਜੀ ਦੇ ਸਿੱਖ ਸੇਵਕ ਸੰਗਤਾਂ ਸਾਰੇ ਬੜੇ ਖੁਸ਼ ਹੋਏ ਜੀ। ਅਤ ਆਨੰਦਤਾ ਹਿਰਦੇ ਪ੍ਰਕਾਸ਼ੀ। ਸਾਰਿਆਂ ਦੇ ਮਨਾਂ ਵਿੱਚ ਅਤ ਆਨੰਦਤਾ ਹਿਰਦੈ ਪ੍ਰਕਾਸ਼ੀ, ਬੜਾ ਹੀ ਚਾਅ ਚੜਿਆ, ਬੜੀਆਂ ਖੁਸ਼ੀਆਂ ਵਾਲਾ ਮਾਹੌਲ ਬਣ ਗਿਆ। ਸ੍ਰੀ ਗੰਗਾ ਕੋ ਦੇਤ ਬਧਾਈ। ਤੇ ਆਖੋ ਸਾਰੇ ਵਾਹਿਗੁਰੂ ਵਾਹਿਗੁਰੂ। ਸਾਧ ਸੰਗਤ ਜੀ, ਗੁਰੂ ਜੀ ਦੀਆਂ ਸੰਗਤਾਂ, ਸਿੱਖਾਂ ਦੇ ਪੂਜਨੀਕ ਮਾਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਹਿਲ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਜੀ, ਸਾਰੇ ਮਾਤਾ ਗੰਗਾ ਜੀ ਨੂੰ ਵਧਾਈਆਂ ਦੇ ਰਹੇ ਨੇ। ਹਾਂਜੀ। ਸਭ ਦਿਸ਼ ਤੇ ਸ਼ਾਦੀ ਟੁਰ ਆਈ। ਤੇ ਸਾਰੇ ਪਾਸਿਓਂ ਖੁਸ਼ੀਆਂ ਹੀ ਨੇੜੇ ਆ ਗਈਆਂ ਜੀ। ਤੇਰੇ ਘਰ ਆਨੰਦ ਵਧਾਈ ਤੁਧ ਘਰ। ਇੱਥੇ ਸਦਾ ਆਨੰਦ ਹਨ, ਖੁਸ਼ੀਆਂ ਹਨ। ਸਦ ਖੁਸ਼ੀਆਂ ਕੀਰਤਨ ਜਪ ਨਾਮ। ਜਿੱਥੇ ਨਾਮ ਹੈ, ਜਿੱਥੇ ਕੀਰਤਨ ਹੈ, ਉੱਥੇ ਸਦਾ ਖੁਸ਼ੀਆਂ ਹਨ। ਸੋ ਖੁਸ਼ੀਆਂ ਤੇ ਖੁਸ਼ੀਆਂ ਆ ਗਈਆਂ। ਜੋ ਜੋ ਵਸਤ ਵਿਆਹ ਮੈਂ ਚਾਹੀਏ। ਹੁਣ ਫਿਰ ਵਿਆਹ ਦੀ ਤਿਆਰੀ ਵੀ ਹੋਣ ਲੱਗ ਪਈ ਜੀ। ਜਿਹੜੀ ਜਿਹੜੀ ਵਸਤੂ ਵਿਆਹ ਵਿੱਚ ਚਾਹੀਦੀ ਹੈ, ਨਗਰ ਸੁਧਾਸਰ ਤੇ ਨਹਿ ਲਹੀਐ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਮਾਤਾ ਗੰਗਾ ਜੀ ਉਹ ਵਸਤੂਆਂ ਦਾ ਪ੍ਰਬੰਧ ਕਰਾ ਰਹੇ ਹੈ। ਬਰਾਤ ਬੜੀ ਵੱਡੀ ਜਾਣੀ ਹੈ। ਸਤਿਗੁਰੂ ਜੀ ਦੀ ਬਰਾਤ ਹੈ, ਕੋਈ ਛੋਟੀ ਗੱਲ ਥੋੜੀ ਹੈ। ਇਹ ਹੈ ਵੀ ਜਦੋਂ ਪਹਿਲਾਂ ਬਰਾਤ ਗਈ ਸੀ, ਉਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਆਪ ਸ਼ਾਮਲ ਸਨ ਸਰੀਰ ਕਰਕੇ ਜੀ। ਹੁਣ ਜਿਹੜੀ ਜਿਹੜੀ ਵਸਤੂ ਚਾਹੀਦੀ ਹੈ, ਹਾਂਜੀ, ਤਿੰਨ ਹਿਤ ਵਿਧੀਏ ਕੋ ਦੇ ਦਰਬਾ। ਮਾਤਾ ਜੀ ਨੇ ਕੀ ਕੀਤਾ ਜੀ? ਉਹ ਵਸਤੂਆਂ ਦਾ ਪ੍ਰਬੰਧ ਕਰਾਇਆ ਜੀ। ਕੁਝ ਵਸਤੂਆਂ ਐਸੀਆਂ ਨੇ ਜਿਹੜੀਆਂ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਉਦੋਂ ਨਹੀਂ ਸੀ ਮਿਲਦੀਆਂ ਜੀ, ਉਦੋਂ ਨਹੀਂ ਸੀ ਮਿਲਦੀਆਂ। ਤੇ ਵੇਖੋ, ਉਹ ਵਸਤੂਆਂ ਲੈਣ ਵਾਸਤੇ ਮਾਤਾ ਜੀ ਨੇ ਬਾਬਾ ਬਿਧੀ ਚੰਦ ਜੀ ਨੂੰ ਮਾਇਆ ਦਿੱਤੀ ਜੀ। ਹਾਂਜੀ। ਕਹਿਓ ਜਾਏ ਆਨੋ ਸ਼ੁਭ ਦਰਬਾ। ਆਖੋ ਵਾਹਿਗੁਰੂ। ਤੇ ਕਹਿਓ ਜਾਏ ਆਨੋ ਸ਼ੁਭ ਸਰਬਾ। ਆਖਿਆ ਬਾਬਾ ਜੀ, ਬਾਬਾ ਬਿਧੀ ਚੰਦ ਨੂੰ ਆਖਿਆ, ਬਿਧੀ ਚੰਦ ਜੀ ਜਾਓ, ਬਾਹਰਲੇ ਹੋਰ ਨਗਰਾਂ ਵਿੱਚ ਜਾਓ ਤੇ ਵਿਆਹ ਦਾ ਸਮਾਨ ਲੈ ਕੇ ਆਓ। ਹੁਣ ਵੇਖੋ, ਬਾਬਾ ਬਿਧੀ ਚੰਦ ਜੀ ਸਤਿਗੁਰੂ ਜੀ ਦੇ ਸਿੱਖ ਨੇ ਜੀ। ਬੜਾ ਵੱਡਾ ਤੇਜ ਪ੍ਰਤਾਪ ਧੰਨ ਧੰਨ ਬਾਬਾ ਬਿਧੀ ਚੰਦ ਜੀ ਦਾ, ਉਹਨਾਂ ਦੀ ਅੰਸ਼ ਬੰਸ ਦਾ ਜੀ। ਬਾਬਾ ਬਿਧੀ ਚੰਦ ਸਾਹਿਬ ਉਹ ਗੁਰੂ ਜੀ ਦੇ ਸਿੱਖ ਨੇ, ਜਦੋਂ ਸਤਿਗੁਰੂ ਜੀ ਦਾ ਵਿਆਹ ਹੋਇਆ ਨਾ, ਉਦੋਂ ਵੀ ਉਹਨਾਂ ਨੇ ਵਿੱਚ ਰੋਲ ਨਿਭਾਇਆ ਜੀ, ਉਦੋਂ ਵੀ ਸੇਵਾ ਕੀਤੀ ਜੀ। ਮਾਤਾ ਜੀ ਨੇ ਮਾਇਆ ਦਿੱਤੀ ਬਾਬਾ ਬਿਧੀ ਚੰਦ ਜੀ ਨੂੰ। ਹਾਂਜੀ। ਕ੍ਰਿਤ ਮਿਸ਼ਟਾਨ ਹੋਤ ਧਨ ਬ੍ਰਿੰਦ। ਸੋ ਘਿਓ ਚਾਹੀਦਾ, ਕਿਉਂ? ਮਠਿਆਈਆਂ ਬਣਦੀਆਂ ਨੇ ਜੀ, ਤੇ ਮਿੱਠਾ ਵੀ ਚਾਹੀਦਾ ਸਾਧ ਸੰਗਤ ਜੀ। ਹਾਂਜੀ। ਜੇਠਾ ਅਰ ਲੈ ਅਪਰ ਮਸੰਦ। ਬਾਬਾ ਬਿਧੀ ਚੰਦ ਜੀ ਫਿਰ ਭਾਈ ਜੇਠਾ ਜੀ ਨੂੰ ਤੇ ਹੋਰ ਮਸੰਦਾਂ ਨੂੰ ਲੈ ਕੇ ਤੇ ਸਤਿਗੁਰਾਂ ਦੇ ਵਿਆਹ ਦੀ ਫਿਰ ਸ਼ਾਪਿੰਗ ਕਰਦੇ ਆ। ਆਖੋ ਵਾਹਿਗੁਰੂ। ਵਸਤੂਆਂ ਖਰੀਦਦੇ ਹਨ। ਸਕਲ ਭਾਂਤ ਕੇ ਅੰਨ ਅਨਾਏ। ਹਰ ਪ੍ਰਕਾਰ ਦਾ ਅਨਾਜ ਮੰਗਾਇਆ ਜੀ, ਹਰ ਪ੍ਰਕਾਰ ਦਾ। ਉਦੋਂ ਇੱਕੋ ਸਟੋਰ ਤੋਂ ਨਹੀਂ ਨਾ ਮਿਲਦਾ ਹੁੰਦਾ ਸਾਰਾ ਕੁਝ, ਕਿਤੋਂ ਕੁਝ ਲੈਣਾ ਹੈ, ਕਿਤੋਂ ਕੁਝ ਲੈਣਾ ਹੈ। ਹਾਂਜੀ। ਖਰਚ ਸਮਝ 10 ਗੁਣ ਇਕਠਾਏ। ਤੇ ਸਾਧ ਸੰਗਤ ਜੀ, ਜਿੰਨੇ ਖਰਚੇ ਦਾ ਅੰਦਾਜ਼ਾ ਲਾਇਆ ਸੀ ਸਾਧ ਸੰਗਤ ਜੀ, ਉਹਦੇ ਤੋਂ ਵੀ 10 ਗੁਣਾ ਵੱਧ ਖਰਚਾ ਹੋਇਆ ਜੀ। ਕਿਉਂ? ਸਤਿਗੁਰਾਂ ਦੀ ਬਰਾਤ ਦੀ ਤਿਆਰੀ ਹੋ ਰਹੀ ਹੈ, ਕਿਸੇ ਆਮ ਦੀ ਬਰਾਤ ਦੀ ਤੇ ਤਿਆਰੀ ਹੋ ਹੀ ਨਹੀਂ ਰਹੀ ਜੀ। ਹਾਂਜੀ। ਗੁਰ ਘਰ ਮਹਿ ਨਿਤ ਖਰਚ ਵਿਸਾਲਾ। ਪਰ ਗੁਰੂ ਘਰ ਵਿੱਚ ਤਾਂ ਸਦਾ ਹੀ ਖਰਚਾ ਖੁੱਲਾ ਹੀ ਹੈ ਸਾਧ ਸੰਗਤ ਜੀ। ਕਈ ਕਹਿ ਦਿੰਦੇ ਆ ਕਿ ਸਾਧ ਸੰਗਤ ਜੀ ਵੇਖੋ, ਵਿਆਹ ਦੇ ਵਿੱਚ ਇੰਨਾ ਖਰਚਾ ਕਰਨ ਦੀ, ਗੁਰੂ ਸਾਹਿਬ ਦੇ ਵਿਆਹ 'ਚ ਖਰਚਾ ਕਰਨ ਦੀ ਇੰਨੀ ਕੀ ਲੋੜ ਸੀ? ਗੁਰਸਿੱਖਾਂ ਨੂੰ ਚਾਹ, ਮਹਾਰਾਜ ਆਪ ਹੀ ਖਰਚਾ ਕਰੀ ਜਾਂਦੇ, ਗੁਰਸਿੱਖ ਆਪ ਹੀ ਖਰਚਾ ਕਰੀ ਜਾਂਦੇ ਜੀ। ਕਾਰਨ
ਸਾਰੀ ਧਰਤੀ ਵੀ ਵੇਚ ਕੇ ਗੁਰੂ ਹਰਗੋਬਿੰਦ ਸਾਹਿਬ ਤੋਂ ਵਾਰ ਦਿੱਤੀ ਜਾਵੇ ਤੇ ਤਾਂ ਵੀ ਥੋੜਾ ਹੀ ਹੈ, ਮੁੱਲ ਨਹੀਂ ਪੈ ਸਕਦਾ। ਇੱਥੇ ਤਾਂ ਜਿੰਦ ਜਾਨ ਵੀ ਵਾਰ ਕੇ ਸੇਵਾ ਕੀਤੀ ਜਾਵੇ ਤੇ ਉਹ ਵੀ ਥੋੜੀ ਹੈ। ਇੰਨੇ ਵੱਡੇ ਸਤਿਗੁਰੂ ਹਨ। ਹਾਂਜੀ, ਆਏ ਹਜ਼ਾਰੋਂ ਨਰ ਸਭ ਕਾਲਾ। ਸਾਧ ਸੰਗਤ ਜੀ, ਹਜ਼ਾਰਾਂ ਹੀ ਮਨੁੱਖ ਹਰ ਵਕਤ ਮਹਾਰਾਜ ਦੀ ਹਾਜ਼ਰੀ ਚ ਆਉਂਦੇ ਸੀ। ਰੋਜ਼ ਹਜ਼ਾਰਾਂ ਲੋਕ ਮੱਥਾ ਟੇਕਣ ਆਉਂਦੇ ਜੀ। ਹਾਂਜੀ, ਲੈਣ ਦੇਣ ਸੰਭਾਰਨ ਕਰਨਾ। ਸੋ ਸਾਧ ਸੰਗਤ ਜੀ, ਜੋ ਵੀ ਲੈਣ ਦੇਣ ਦਾ ਕੰਮ ਸੀਗਾ ਜੀ, ਜੋ ਵੀ ਲੈਣਾ ਦੇਣਾ, ਹਾਂਜੀ, ਸਰਬ ਕਰਿਓ ਬ੍ਰਿਧ ਕੇ ਅਨੁਸਰਨਾ। ਉਹ ਸਾਰੀ ਜ਼ਿੰਮੇਵਾਰੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਸੀਗੀ ਜੀ। ਉਸ ਦਿਨ ਵੀ ਸ਼ਾਇਦ ਬੇਨਤੀ ਕੀਤੀ ਸੀ, ਬਾਬਾ ਬੁੱਢਾ ਸਾਹਿਬ ਜੀ ਗੁਰੂ ਘਰ ਦੇ ਖਜ਼ਾਨਚੀ ਹਨ ਜੀ। ਗੁਰੂ ਸਾਹਿਬ ਦੇ ਘਰ ਦੀਆਂ ਦਾਤਾਂ ਦੀ ਚਾਬੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਹੈ। ਇੱਕ ਵਾਰੀ ਆਖੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਚਲੋ, 2 ਸਿੱਖ ਪ੍ਰਗਟ ਰੂਪ ਚ ਮੈਂ ਉਹਨਾਂ ਦਾ ਜ਼ਿਕਰ ਕਰ ਦਿਆਂ, ਜਿਨ੍ਹਾਂ ਨੇ ਨਾ ਕੋਈ ਵੱਖਰੀ ਗੱਦੀ ਲਾਈ, ਅੱਜ ਤੱਕ ਨਾ ਵੱਖਰੀ ਗੱਦੀ ਲਾਈ ਤੇ ਨਾ ਆਪਣੀ ਪੂਜਾ ਕਰਾਈ ਜੀ। ਉਹ ਕਿਹੜੇ ਸਿੱਖ ਨੇ? ਇੱਕ ਬਾਬਾ ਬੁੱਢਾ ਸਾਹਿਬ ਜੀ ਤੇ ਦੂਜੇ ਬਾਬਾ ਦੀਪ ਸਿੰਘ ਜੀ ਸ਼ਹੀਦ, ਜਿਹੜੇ ਮੁਖੀ ਸਿੱਖਾਂ ਚੋਂ ਮੈਂ ਗੱਲ ਕਰ ਰਿਹਾ ਜੀ। ਤੇ ਤੁਸੀਂ ਅੰਦਾਜ਼ਾ ਲਾਓ, ਬਾਬਾ ਜੀ ਨੇ ਆਪਣੀ ਪੂਜਾ ਨਹੀਂ ਕਰਾਈ ਸਰੀਰ 'ਚ ਰਹਿੰਦਿਆਂ। ਜਦੋਂ ਬਾਬਾ ਜੀ ਸਰੀਰ ਤਿਆਗ ਗਏ, ਜਿੱਥੇ ਬਾਬਾ ਬੁੱਢਾ ਜੀ ਬਹਿੰਦੇ ਹੁੰਦੇ ਸੀ, ਗੁਰੂ ਹਰਗੋਬਿੰਦ ਸਾਹਿਬ ਮੱਥਾ ਰੱਖ ਕੇ ਮੱਥਾ ਟੇਕਦੇ ਰਹੇ ਜੀ। ਉੱਥੇ ਸਿੱਖ ਦੀ ਜਗ੍ਹਾ ਤੇ ਸਤਿਗੁਰੂ ਸਿਰ ਰੱਖ ਕੇ ਮੱਥਾ ਟੇਕਣ ਦਾ ਹੈ ਜੀ। ਇਹ 'ਚ ਸਵਾਦ ਆਉਣ ਦਾ, ਸਵਾਦ ਦੁਨੀਆ 'ਚ ਆਉਣ ਦਾ ਸਵਾਦ ਜੀ। ਧੰਨ ਧੰਨ ਬਾਬਾ ਜੀ, ਬਾਬਾ ਬੁੱਢਾ ਸਾਹਿਬ ਜੀ ਸਾਰਾ ਖਰਚਾ ਕਰਦੇ ਆ ਜੀ। ਹਾਂਜੀ, ਗਨ ਮਸੰਦ ਜਿਤ ਕਿਤ ਕੋ ਧਾਏ। ਜਿੱਧਰ ਕਿੱਧਰ ਸਾਧ ਸੰਗਤ ਜੀ ਮਸੰਦ ਜਿਹੜੇ ਆ ਉਹ ਬਾਬਾ ਜੀ ਨੇ ਭੇਜੇ। ਜਾਓ ਭਾਈ, ਮਹਾਰਾਜ ਜੀ ਦੇ ਵਿਆਹ ਦੇ ਸੱਦੇ ਦੇ ਦੋ। ਇੱਕ ਵਿਸਾਖ ਵਾਲੇ ਦਿਨ ਗੁਰੂ ਜੀ ਦਾ ਵਿਆਹ ਹੋਵੇਗਾ। ਕਰੀ ਸਕਲ ਵਸਤੂ ਇੱਕ ਥਾਏ। ਤੇ ਵਸਤੂਆਂ ਇਕੱਠੀਆਂ ਕੀਤੀਆਂ ਗਈਆਂ ਜੀ, ਇਕੱਠੀਆਂ ਕੀਤੀਆਂ ਵਸਤੂਆਂ, ਬਹੁਤ ਸਾਰਾ ਸਾਜੋ ਸਮਾਨ ਇਕੱਠਾ ਕੀਤਾ। ਮੇਲ ਹਕਾਰਨ ਮਨੁਜ ਪਠਾਏ। ਤੇ ਫਿਰ ਬਾਬਾ ਬੁੱਢਾ ਜੀ ਨੇ ਕੀ ਕੀਤਾ? ਮੇਲ ਇਕੱਠਾ ਕਰਨ ਵਾਸਤੇ ਕੁਝ ਬੰਦਿਆਂ ਨੂੰ ਸੁਣਾ ਦੇ ਕੇ ਭੇਜਿਆ ਜੀ। ਹਾਂਜੀ, ਗੋਇੰਦਵਾਲ ਖਡੂਰ ਸਿਧਾਏ। ਜਾਓ ਭਾਈ, ਗੋਇੰਦਵਾਲ ਸਾਹਿਬ ਜਾਓ, ਆਖੋ ਵਾਹਿਗੁਰੂ। ਗੋਇੰਦਵਾਲ ਸਾਹਿਬ ਜਾਓ ਤੇ ਖਡੂਰ ਸਾਹਿਬ ਵੀ ਜਾਓ। ਹਾਂਜੀ, ਲਵਪੁਰ ਮਹਿ ਸੋਢੀ ਰਹਿ ਭਾਈ। ਤੇ ਲਾਹੌਰ ਦੇ ਵਿੱਚ ਵੀ ਸੋਢੀ ਰਹਿੰਦੇ ਆ। ਬਾਬਾ ਸਿੰਘਾਰੀ ਮੱਲ ਜੀ, ਅੱਗੋਂ ਉਹਨਾਂ ਦੇ ਬੱਚੇ ਲਾਹੌਰ ਵਿੱਚ ਵੀ ਰਿਸ਼ਤੇਦਾਰ ਰਹਿੰਦੇ ਆ। ਉਹਨਾਂ ਨੂੰ ਵੀ ਸੰਦੇਸ਼ੇ ਦੇ ਕੇ ਆਓ। ਸੁਧ ਵਿਆਹ ਕੀ ਤੁਰੰਤ ਪਠਾਈ। ਤੁਰੰਤ ਹੀ, ਫਿਰ ਉਸੇ ਵੇਲੇ ਹੀ ਸੰਗਤ ਜੀ ਵਿਆਹ ਦੀਆਂ ਖਬਰਾਂ ਜਿਹੜੀਆਂ ਨਾ ਲਾਹੌਰ ਪਹੁੰਚ ਗਈਆਂ। ਤੇ ਗੋਇੰਦਵਾਲ ਸਾਹਿਬ, ਖਡੂਰ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਨਕੇ ਮਊ ਬਿਲਗਾ, ਮਹਾਰਾਜ ਗੁਰੂ ਅਰਜਨ ਸਾਹਿਬ ਜੀ ਇਸ ਇਲਾਕੇ 'ਚ ਗਏ। ਉਧਰ ਵੀ ਸਾਰੇ ਕਿਤੇ ਖਬਰਾਂ ਪਹੁੰਚ ਗਈਆਂ। ਹਾਂਜੀ, ਬਾਹਰ ਗ੍ਰਾਮ ਮਉ ਔਰ ਗਏ ਹੈ। ਹਾਂ, ਫਿਰ ਮਾਊ ਪਿੰਡ ਗਏ ਜੀ। ਹੁਣ ਨਾਨਕਿਆਂ ਨੂੰ ਤੇ ਖਬਰ ਦੇਣੀ ਪੈਣੀ ਹੈ ਨਾ, ਆਖੋ ਵਾਹਿਗੁਰੂ। ਨਾਨਕੇ ਫਿਰ ਰੁੱਸ ਜਾਂਦੇ। ਵਿਆਹਾਂ 'ਚ ਬੜਾ ਹੁੰਦਾ, ਨਾਨਕੇ ਵੀ ਰੁੱਸ ਜਾਂਦੇ ਆ। ਜਿਹਦੇ ਦਾਦਕਿਆਂ ਨੂੰ ਪਿੱਛੇ ਕਰੋ ਤੇ ਦਾਦਕੇ ਰੁੱਸ ਜਾਂਦੇ। ਤੇ ਬਾਬਾ ਬੁੱਢਾ ਜੀ ਸਾਰੇ ਕਰਤਾ ਧਰਤਾ ਨੇ। ਬਾਬਾ ਜੀ ਨੇ ਸਾਰਿਆਂ ਨੂੰ ਬਰਾਬਰ ਰੱਖਣਾ ਹੈ ਜੀ। ਹਾਂਜੀ, ਸੁਨ ਸੁਨ ਸਭ ਕੇ ਆਨੰਦ ਭਏ ਹੈ। ਮਾਊ ਵਾਲਿਆਂ ਨੂੰ, ਸਾਧ ਸੰਗਤ ਜੀ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਲਾਹੌਰ ਵਾਲੇ ਸਾਰਿਆਂ ਜਦੋਂ ਸੁਣਿਆ ਕਿ ਹੁਣ ਦੂਸਰੇ ਵਿਆਹ ਦੀ ਤਿਆਰੀ ਹੋ ਗਈ ਤੇ ਤਰੀਕ ਨਿਯਤ ਹੋ ਗਈ ਆ ਤੇ ਸਾਨੂੰ ਸੱਦਾ ਆਇਆ, ਸੁਣ ਕੇ ਸਾਰਿਆਂ ਨੂੰ ਚਾਅ ਚੜ ਗਿਆ ਜੀ। ਤੁਸੀਂ ਸੋਚੋ ਵੀ ਸਾਨੂੰ ਕਿਤੇ ਉਸ ਵਿਆਹ ਦਾ ਸੱਦਾ ਆਵੇ ਤੇ ਸਾਨੂੰ ਨਾ ਚਾਅ ਚੜੇ ਜੀ। ਹਾਂਜੀ, ਸ੍ਰੀ ਅਰਜਨ ਕੋ ਬਡੋ ਸਪੂਤ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਪੁੱਤਰ। ਹਾਂਜੀ, ਜਹ ਕਹਿ ਸੁਜਸ ਕਹਿਤ ਹੈ ਪੂਤ। ਜਿੱਥੇ ਕਿੱਥੇ ਨਹੀਂ ਸਿਆਣੇ ਲੋਕ ਮਹਾਰਾਜ ਜੀ ਦਾ ਜਸ ਕਰਦੇ, ਵੀ ਪੁੱਤ ਹੋਵੇ ਤੇ ਇਹੋ ਜਿਹਾ ਹੋਵੇ। ਕਿਉਂ ਚੰਦੂ ਪਾਪੀ ਨੂੰ ਮਾਰਿਆ। ਹਾਂਜੀ, ਸਭ ਵਿਧ ਤੇ ਬਿਰਧਾਏ ਸਮਾਜਾ। ਸਭ ਵਿਧੀਆਂ ਦੇ ਨਾਲ
ਹਰ ਤਰੀਕੇ ਦੇ ਨਾਲ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਵਾਧਾ ਹੀ ਕੀਤਾ। ਹਾਂਜੀ, ਸੈਨ ਸਕੇਲ ਬਨਿਓ ਮਹਾਰਾਜਾ। ਸੈਨਾ ਫੌਜਾਂ ਇਕੱਠੀਆਂ ਕਰ ਲੀਆਂ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੇ ਮਹਾਰਾਜੇ ਬਣ ਗਏ, ਮਹਾਰਾਜੇ। ਹਾਂਜੀ, ਤੇ ਮਹੀ ਦੂਸਰ ਵਿਆਹ ਕਰਾਇਓ। ਹੁਣ ਫਿਰ ਉਸੇ ਤਰ੍ਹਾਂ ਹੀ ਦੂਸਰਾ ਵਿਆਹ ਵੀ ਕਰਵਾ ਰਹੇ ਨੇ। ਪਾਤਸ਼ਾਹਨ ਤੇ ਚਰਨ ਪੁਜਾਇਓ। ਤੇ ਵੱਡੇ ਵੱਡੇ ਬਾਦਸ਼ਾਹ ਉਹ ਵੀ ਮਹਾਰਾਜ ਜੀ ਦੇ ਚਰਨਾਂ ਦੀ ਪੂਜਾ ਕਰਦੇ ਨੇ। ਹਾਂਜੀ, ਕਾਜ਼ੀ ਤਨੁਜਾ ਕੋ ਅਪਰਾਧ। ਸ਼ਾਹੋ ਸੁਨਤ ਸ਼ਹਤੂਸ਼ਨ ਸਾਧ। ਕਾਜੀ ਜਿਹੜਾ ਮਹਾਰਾਜ ਤੇ ਇਲਜ਼ਾਮ ਲਾਉਂਦਾ ਹੈ, ਬਾਦਸ਼ਾਹ ਸੁਣ ਕੇ ਚੁੱਪ ਹੈ। ਹਾਂਜੀ, ਕਰਿਓ ਅਦਾਇਬ ਕਛੂ ਨ ਕੀਨਾ। ਉਸ ਸਮੇਂ ਤੇ ਬਾਦਸ਼ਾਹ ਨੇ ਅਦਬ ਹੀ ਕੀਤਾ, ਕੁਝ ਨਹੀਂ ਕਿਹਾ। ਜਾਂ ਤੇ ਲਖੀਅਤ ਭੇ ਵੱਡ ਪੀਨਾ। ਇਸ ਕਰਕੇ ਸਾਰੇ ਕਹਿੰਦੇ ਆ ਗੁਰੂ ਹਰਗੋਬਿੰਦ ਸਾਹਿਬ ਬੜੇ ਵੱਡੇ ਪਾਤਸ਼ਾਹ ਹਨ। ਕਿਹੋ ਜਿਹੇ ਪਾਤਸ਼ਾਹ ਹਨ? ਦੀਨ ਦੁਨੀ ਦਾ ਪਾਤਸ਼ਾਹ। ਦੀਨ ਦੁਨੀ ਦਾ ਪਾਤਸ਼ਾਹ। ਗੱਜ ਕੇ ਆਪਣੇ ਗੁਰੂ ਜੀ ਦੀ ਸਿਫਤ ਕਰਿਆ ਕਰੋ। ਦੀਨ ਦੁਨੀ ਦਾ ਪਾਤਸ਼ਾਹ। ਦੀਨ ਦੁਨੀ ਦਾ ਪਾਤਸ਼ਾਹ। ਦੀਨ ਦੁਨੀ ਦਾ ਪਾਤਸ਼ਾਹ। ਦੀਨ ਦੁਨੀ ਦਾ ਪਾਤਸ਼ਾਹ। ਸਾਰੇ ਕਹਿੰਦੇ ਵੀ ਗੁਰੂ ਹਰਗੋਬਿੰਦ ਸਾਹਿਬ ਤਾਂ ਬਹੁਤੇ ਵੱਡੇ ਸਤਿਗੁਰੂ ਨੇ। ਹਾਂਜੀ, ਦੋਹਰਾ ਸੁਨ ਸੁਨ ਗੁਰ ਉਤਸ਼ਾਹ ਕੋ ਮੇਲ ਭਇਓ ਆਮੋਦ। ਸੋ ਸੁਣ ਸੁਣ ਕੇ ਸਾਰਿਆਂ ਨੂੰ ਕਿੰਨੀ ਤਰੀਕ ਨੂੰ ਵਿਆਹ ਹੈ? 1 ਵਿਸਾਖ ਨੂੰ। ਮੇਲ ਪਹਿਲਾਂ ਹੀ ਪਹੁੰਚਣ ਲੱਗ ਪਿਆ ਜੀ। ਹਾਂਜੀ, ਆਵਨ ਕੋ ਤਿਆਰੀ ਕਰੀ ਠਾਨਤ ਹਾਸ ਵਿਨੋਦ। ਖੁਸ਼ੀਆਂ ਦੇ ਨਾਲ ਸਾਰੇ ਤਿਆਰੀਆਂ ਕਰਨ ਦੇ ਆ ਵੀ ਭਾਈ ਗੁਰੂ ਹਰਗੋਬਿੰਦ ਸਾਹਿਬ ਦਾ ਵਿਆਹ ਹੈ। ਹਾਂਜੀ, ਚੌਪਈ ਇੱਕ ਤੋ ਕਰਨ ਸੁਧਾਸਰ ਮੱਜਨ। ਫਿਰ ਗੁਰੂ ਕੇ ਪਿਆਰੇ ਸੋਚਦੇ ਵੀ ਇੱਕ ਤਾਂ ਅੰਮ੍ਰਿਤ ਸਰੋਵਰ ਦੇ ਵਿੱਚ ਜਾ ਕੇ ਇਸ਼ਨਾਨ ਕਰਾਂਗੇ, ਜਿਸ ਇਸ਼ਨਾਨ ਦਾ ਬੜਾ ਹੀ ਵੱਡਾ ਮਹਾਤਮ ਹੈ। ਹਾਂਜੀ, ਦਿਵਸ ਵਿਸਾਖੀ ਮੇਲਾ ਸਵਜਨ। ਵਿਸਾਖੀ ਵਾਲਾ ਦਿਨ ਮੇਲਾ ਹੀ ਬੜਾ ਵਧੀਆ ਹੋਣਾ ਉਹ ਤੇ। ਹਾਂਜੀ, ਦੁਤੀਏ ਸੰਬੰਧੀ ਜੇ ਆਵੈ ਸਭ ਕੋ ਮਿਲੇ ਆਨੰਦ ਉਪਜਾਵੈ। ਦੂਜਾ ਰਿਸ਼ਤੇਦਾਰੀ ਨਾਲ ਮੇਲਿਆ ਹੋ ਜਾਏਗਾ, ਗੁਰਸਿੱਖਾਂ ਨਾਲ ਮੇਲ ਹੋ ਜਾਏਗਾ। ਉਦੋਂ ਕਿਹੜੀ ਵੀਡੀਓ ਕਾਲ ਹੁੰਦੀ ਸੀਗੀ ਜੀ? ਇੰਝ ਲੰਮੇ ਸਮੇਂ ਬਾਅਦ ਇੱਕ ਦੂਜੇ ਨੂੰ ਮਿਲਦੇ ਸੀਗੇ ਸਾਰੇ। ਤ੍ਰਿਤੀਏ ਸ਼੍ਰੀ ਗੁਰ ਹਰਗੋਬਿੰਦ। ਤੇ ਤੀਜਾ ਲਾਭ, ਕਿਉਂ ਸੰਗਤ ਜੀ ਅੱਜ ਕੱਲ ਬੰਦਾ ਹਰ ਕੰਮ 'ਚ ਫਾਇਦਾ ਵੇਖਦਾ ਹੈ। ਆਖੋ ਵਾਹਿਗੁਰੂ। ਫਾਇਦਾ ਕੀ ਹੋਏਗਾ ਸਾਨੂੰ? ਕੋਈ ਗੱਲ ਸੁਣਦਾ ਪਹਿਲਾਂ ਫਾਇਦਾ ਵੇਖਦਾ। ਸੰਗਤਾਂ ਵੀ ਫਾਇਦਾ ਵੇਖ ਰਹੀਆਂ ਵੀ ਇੱਕ ਤੇ ਫਾਇਦਾ ਵੀ ਦਰਬਾਰ ਸਾਹਿਬ ਸਰੋਵਰ 'ਚ ਇਸ਼ਨਾਨ ਹੈ, ਦੂਜਾ ਵਿਸਾਖੀ ਦਾ ਦਿਨ ਹੈ, ਇੱਕ ਹੋਰ ਹੈ ਉਹ ਇਹ ਹੈ ਵੀ ਸਾਰਿਆਂ ਦਾ ਮੇਲਾ ਗੇਲਾ ਹੋ ਜਾਏਗਾ, ਤੇ ਤੀਜਾ ਤ੍ਰਿਤੀਏ ਸ੍ਰੀ ਗੁਰੂ ਹਰਗੋਬਿੰਦ ਮਿਲੇ ਪ੍ਰਥਮ ਭਾ ਕਾਲ ਬਿਲੰਦ। ਲੰਮੇ ਸਮੇਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਾਂਗੇ। ਹਾਂਜੀ, ਜਹਾਂਗੀਰ ਨੇ ਰਾਖੇ ਤੀਰ। ਕਿ ਜਹਾਂਗੀਰ ਨੇ ਲੰਮਾ ਸਮਾਂ ਮਹਾਰਾਜ ਨੂੰ ਆਪਣੇ ਪਾਸ ਰੱਖਿਆ। ਰਹੇ ਨਿਕੇਤ ਨਹੀਂ ਬਰਬੀਰ। ਸੂਰਬੀਰ ਸ੍ਰੇਸ਼ਟ ਸੱਚੇ ਪਾਤਸ਼ਾਹ ਲੰਮਾ ਸਮਾਂ ਘਰ ਨਹੀਂ ਸੀ ਰਹੇ, ਸੋ ਹੁਣ ਮਹਾਰਾਜ ਘਰ ਆਏ ਆ, ਗੁਰੂ ਸਾਹਿਬ ਨੂੰ ਮਿਲਾਂਗੇ, ਦਰਸ਼ਨ ਕਰਾਂਗੇ। ਚੰਦੂ ਆਦਿਕ ਮਾਰਨ ਕਰੇ। ਨਾਲੇ ਮਹਾਰਾਜ ਨੂੰ ਵਧਾਈ ਦੇਵਾਂਗੇ ਚੰਦੂ ਦੇ ਮਰਨ ਦੀ। ਚੰਦੂ ਨੂੰ ਮਾਰਿਆ ਮਹਾਰਾਜ ਨੇ। ਹਾਂਜੀ, ਮਾਨਹਿ ਸ਼ਾਹ ਅਦਬ ਕੋ ਧਰੇ। ਤੇ ਸੁਣਿਆ ਵੀ ਬਾਦਸ਼ਾਹ ਵੀ ਮਹਾਰਾਜ ਦੀ ਬੜੀ ਇੱਜ਼ਤ ਕਰਦਾ, ਸਤਿਕਾਰ ਕਰਦਾ। ਅਯੁੱਧ ਵਿਦਿਆ ਮੈਂ ਅਭਿਆਸੂ ਇਤਿਆਦਿਕ ਭਾਸੁ ਜਸ ਪ੍ਰਕਾਸ਼ੂ। ਤੇ ਮਹਾਰਾਜ ਸੱਚੇ ਪਾਤਸ਼ਾਹ ਸ਼ਸਤਰ ਵਿਦਿਆ ਦੇ ਵੀ ਧਨੀ ਨੇ। ਮਹਾਰਾਜ ਸਤਿਗੁਰਾਂ ਦੇ ਸੋਹਣੇ ਦਰਸ਼ਨ ਕਰਾਂਗੇ ਜਾ ਕੇ। ਹਾਂਜੀ, ਸੁਨ ਸੁਨ ਪੇਖਨ ਹੋਤ ਚਿਤ ਚਾਊ। ਤੇ ਗੁਰਸਿੱਖ ਕਹਿੰਦੇ ਅਸੀਂ ਤੇ ਸੁਣਦੇ ਆ, ਤੇ ਜਿਉਂ-ਜਿਉਂ ਸੁਣਦੇ ਆ ਨਾ ਫਿਰ ਜੀ ਵੀ ਕਰਦਾ ਵੀ ਐਸੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਵੀ ਕਰੀਏ। ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਪੇਖਣ ਕਾ ਚਾਓ। ਫਿਰ ਚਾਅ ਪੈਦਾ ਹੁੰਦਾ ਸੁਣ ਸੁਣ ਕੇ। ਹਾਂਜੀ, ਬਾਹਰ ਵਿਆਹ ਕੋ ਸਬੱਬ ਬਣਾਊ। ਤੇ ਹੁਣ ਮਹਾਰਾਜ ਨੇ ਕਿੰਨਾ ਸੋਹਣਾ ਵਿਆਹ ਦਾ ਸਬੱਬ ਬਣਾਤਾ।
ਸਾਰੀਆਂ ਸੰਗਤਾਂ ਦਾ ਇਕੱਠ ਹੋ ਜਾਏਗਾ। ਜਾਂ ਤੇ ਬਹੁ ਆਨੰਦ ਜੁਤ ਸਭੈ, ਇਸ ਕਰਕੇ ਸਾਰੇ ਹੀ ਬੜੇ ਆਨੰਦ ਵਿੱਚ ਹੋ ਗਏ ਜੀ। ਹਾਂਜੀ, ਮਿਲਿਓ ਮੇਲ ਮਿਲ ਮੁੱਦਤ ਤਬੈ, ਤੇ ਇੱਕ ਦੂਜੇ ਨੂੰ ਮਿਲ ਕੇ ਬੜੇ ਪ੍ਰਸੰਨ ਹੋਏ। ਸਾਧ ਸੰਗ ਮੋਦਤ ਦਾ ਅਰਥ ਲੱਡੂ ਵੀ ਹੁੰਦਾ ਜੀ। ਮੋਦਕ ਲੱਡੂ ਤੇ ਮੋਦਤ ਖੁਸ਼ੀ, ਬੜੇ ਖੁਸ਼ ਹੋਏ, ਪ੍ਰਸੰਨ ਹੋਏ ਜੀ। ਹਾਂਜੀ, ਕੁੱਲ ਭੱਲਿਅਨ ਕੀ ਗੋਇੰਦਵਾਲ, ਭੱਲਿਆਂ ਦੀ ਅੰਸ਼ ਬੰਸ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ਼ ਬੰਸ ਗੋਇੰਦਵਾਲ ਸਾਹਿਬ ਤੋਂ ਆਏ। ਪਹੁੰਚੇ ਆਨ ਤ੍ਰਿਐ ਨਰ ਜਾਲ, ਬਹੁਤ ਇਸਤਰੀਆਂ ਵੀ ਆਈਆਂ ਜੀ ਫਿਰ ਉੱਥੋਂ ਜੀ। ਹਾਂਜੀ, ਤ੍ਰੇਹਣ ਕੁੱਲ ਖਡੂਰ ਤੇ ਆਏ, ਤੇ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕੁੱਲ ਤ੍ਰੇਹਣ ਖਡੂਰ ਸਾਹਿਬ ਤੋਂ ਚੱਲ ਕੇ ਸਾਰੇ ਅੰਮ੍ਰਿਤਸਰ ਆਏ। ਗੰਗ ਮਾਤ ਪਿਤ ਮਉ ਤੇ ਧਾਏ, ਤੇ ਮਾਤਾ ਗੰਗਾ ਜੀ ਦੇ ਮਾਤਾ ਪਿਤਾ ਸਾਹਿਬ ਜੀ ਕਿੱਥੋਂ ਆਏ? ਮਊ ਤੋਂ। ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਛੇਵੇਂ ਪਾਤਸ਼ਾਹ ਦੇ ਨਾਨਕੇ। ਹਾਂਜੀ, ਅਪਰ ਮੇਲ ਲਵਪੁਰ ਤੇ ਆਦੀ, ਲਾਹੌਰ ਤੋਂ ਵੀ ਫਿਰ ਬੜੀਆਂ ਸੰਗਤਾਂ ਆਈਆਂ ਜੀ। ਹਾਂਜੀ, ਪਿਖ ਆਨ ਸੁੰਦਰ ਗੁਰ ਸ਼ਾਦੀ, ਤੇ ਸਾਰੇ ਫਿਰ ਸੁੰਦਰ ਸ਼ਾਦੀ ਵਿਆਹ ਵੇਖਣ ਵਾਸਤੇ ਆਏ ਹਨ। ਕੌਣ ਕੌਣ ਆਇਆ ਜੀ? ਗੋਇੰਦਵਾਲ ਸਾਹਿਬ ਵਾਲੇ, ਖਡੂਰ ਸਾਹਿਬ ਦੇ, ਲਾਹੌਰ ਦੇ, ਮਾਊ ਪਿੰਡ ਦੇ, ਤੇ ਸੰਗਤਾਂ ਤੇ ਬਹੁਤ ਨੇ ਨਾ ਜੀ। ਹਾਂਜੀ, ਜਥਾ ਜੋਗ ਮਿਲ ਸਭ ਹਰ ਖਾਏ, ਇਸਤਰੀ ਪੁਰਖ ਮੇਲ ਸਮੁਦਾਏ, ਇੱਕ ਦੂਜੇ ਨੂੰ ਮਿਲ ਕੇ ਖੁਸ਼ ਹੋਏ ਜੀ। ਚੰਗਾ ਸਮਾਂ ਜੀ, ਜਦੋਂ ਲੋਕ ਇੱਕ ਦੂਜੇ ਨੂੰ ਮਿਲ ਕੇ ਖੁਸ਼ ਹੁੰਦੇ ਸਨ। ਸਾਧ ਸੰਗਤ ਜੀ, ਇੱਕ ਦੂਜੇ ਨੂੰ ਮਿਲ ਕੇ ਖੁਸ਼ ਹੋਏ। ਇਸਤਰੀ ਬੀਬੀਆਂ ਬੀਬੀਆਂ ਨੂੰ ਮਿਲ ਕੇ ਖੁਸ਼ ਹੋਈਆਂ, ਭਾਈ ਭਾਈਆਂ ਨੂੰ ਮਿਲ ਕੇ ਖੁਸ਼ ਹੋਏ। ਹਾਂਜੀ, ਕਰ ਕਰ ਸ਼ਗੁਨ ਗੀਤ ਗੁਣ ਗਾਵੇ, ਆਹ ਜੀ, ਸਗਨ ਗਾਏ ਜਾਂਦੇ ਹਨ, ਭਾਵ ਸਗਨ ਕੀਤੇ ਜਾਂਦੇ ਆ ਤੇ ਖੁਸ਼ੀਆਂ ਦੇ ਗੀਤ ਬਾਣੀ ਗਾਈ ਜਾਂਦੀ ਹੈ। ਕੌਤਕ ਕਰਤ ਅਨੇਕ ਸੁਹਾਵੇ, ਅਨੇਕ ਤਰ੍ਹਾਂ ਦੇ ਕੌਤਕ ਹੁੰਦੇ। ਫਿਰ ਤੁਹਾਨੂੰ ਪਤਾ ਵਿਆਹ ਵਾਲੇ ਘਰ ਦਾ ਜੀ। ਹਾਂਜੀ, ਨੌਬਤ ਬਜਤ ਮੋਦ ਉਪਜਾਵਤ, ਨੌਬਤ ਵੱਜ ਰਹੀ, ਛੋਟੇ ਨਗਾਰੇ ਵੱਜ ਰਹੇ, ਤੂਤੀਆਂ ਵੱਜ ਰਹੀਆਂ, ਤੇ ਮਿਊਜ਼ਿਕ ਜਿਹੜਾ ਸੰਗੀਤ ਹੈ ਨਾ, ਇਹ ਵੀ ਆਪਣੀ ਇਹਦੀ ਕਲਾ ਹੈ ਜੀ। ਜਦੋਂ ਉਹ ਵੱਜ ਰਿਹਾ, ਮਿਊਜ਼ਿਕ ਵੱਜਦਾ, ਉਹਦੇ ਨਾਲ ਹੋਰ ਚਾਅ ਵੱਧਦਾ ਹੈ ਜੀ। ਹਾਂਜੀ, ਉਤਸਵ ਸਕਲ ਦਿਸ਼ਨ ਦਿਸ ਆਵਤ, ਦਸਾਂ ਦਿਸ਼ਾਵਾਂ ਤੋਂ ਹਰ ਪਾਸਿਓਂ ਬਸ ਉਤਸਵ ਹੀ ਉਤਸਵ, ਚਾਓ ਹੀ ਚਾਓ ਸਤਿਗੁਰਾਂ ਦੇ ਵਿਆਹ ਦਾ। ਹਾਂਜੀ, ਚਾਹੋਂ ਦਿਸ਼ ਕੀ ਸੰਗਤ ਬਹੁ ਆਈ, ਹਾਂਜੀ, ਸੁਨ ਪਿਖ ਵਿਆਹ ਮੁਦਤ ਅਧਿਕਾਈ, ਹਾਂਜੀ। ਅਨਗਨ ਭੀਰ ਸੁਧਾ ਸਰ ਹੋਈ, ਅੰਮ੍ਰਿਤਸਰ ਸਾਹਿਬ ਜੀ ਦੇ ਵਿੱਚ ਤਾਂ ਫਿਰ ਵੱਡੀ ਗਿਣਤੀ 'ਚ ਸੰਗਤਾਂ ਪਹੁੰਚ ਗਈਆਂ ਜੀ। ਹਾਂਜੀ, ਉਤਸਵ ਪਿਖਿਓ ਚਾਹਤ ਸਭ ਕੋਈ, ਹਰ ਕੋਈ ਮਹਾਰਾਜ ਦਾ ਵਿਆਹ ਵੇਖਣਾ ਚਾਹੁੰਦਾ, ਹਰ ਕੋਈ ਵੀ ਆਪਾਂ ਮਹਾਰਾਜ ਦਾ ਵਿਆਹ ਵੇਖੀਏ। ਅਨਗਨ ਆਨ ਉਪਾਇਨ ਤਬੈ, ਤੇ ਬੜੇ ਅਣਗਿਣਤੀ ਭੇਟਾਵਾਂ ਸਗਨ ਸਤਿਗੁਰੂ ਨੂੰ ਭੇਟਾ ਕਰਦੇ ਜੀ। ਕੋਈ ਬਸਤਰ ਲੈ ਕੇ ਆਇਆ, ਕੋਈ ਕੁਝ ਲੈ ਕੇ ਆਇਆ। ਬ੍ਰਿੰਦ ਮਸੰਦ ਸੰਭਾਰਤ ਤਬੈ, ਮਸੰਦ ਸਾਰੀਆਂ ਵਸਤੂਆਂ ਸਾਂਭੀ ਜਾ ਰਹੇ ਆ ਜੀ। ਹਾਂਜੀ, ਤਖਤ ਥਿਰੈ ਸ਼੍ਰੀ ਹਰਗੋਬਿੰਦ, ਵਸਤੂਆਂ ਸਾਂਭਣ ਵਾਸਤੇ ਵੀ ਕਈ ਮਸੰਦ ਲਾਏ, ਬ੍ਰਿੰਦ ਮਸੰਦ। ਤੇ ਤਖਤ ਥਿਰਹਿ ਸ੍ਰੀ ਹਰਗੋਬਿੰਦ, ਸੱਚੇ ਪਾਤਸ਼ਾਹ ਆਪ ਸ੍ਰੀ ਅਕਾਲ ਤਖਤ ਸਾਹਿਬ ਜੀ ਬੈਠਦੇ ਹਨ। ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਹਾਂਜੀ, ਤਮ ਹੱਥ ਮਾਰ ਤੰਡ ਮਨਿੰਦ, ਸਾਧ ਸੰਗਤ ਜੀ, ਹਨੇਰੇ ਨੂੰ ਜਿਵੇਂ ਸੂਰਜ ਦੂਰ ਕਰਦਾ, ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਸੂਰਜਾਂ ਦੇ ਸੂਰਜ, ਉਹਨਾਂ ਨੂੰ ਨਮਸਕਾਰ ਹੈ। ਦਾਸਨ ਬਦਨ ਬਿਲੰਦ ਆਨੰਦਤ, ਆਪਣੇ ਦਾਸਾਂ ਨੂੰ ਸੁਖ ਦੇਣ ਵਾਲੇ ਹਨ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਅਰਬਿੰਦਨ ਦੁੱਤ ਬ੍ਰਿੰਦ ਮਨਿੰਦਤ, ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ। ਮਾਨੋ ਅਨੇਕ ਕਮਲਾਂ ਦੇ ਫੁੱਲ ਜਿਵੇਂ ਸ਼ੋਭਾ ਪਾ ਰਹੇ ਆ, ਉਹ ਵੀ ਸਤਿਗੁਰਾਂ ਅੱਗੇ ਫਿੱਕੇ ਹੀ ਹਨ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੋਭਾ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿਹੜੀ ਸੋਭਾ ਹੈ, ਉਹ ਸਾਧ ਸੰਗਤ ਜੀ ਬਹੁਤ ਵੱਡੀ ਹੈ।
ਹਾਂਜੀ। ਚਾਹੋਂ ਦਿਸ਼ ਤੇ ਬੰਦੈ ਕਰ ਜੋਰ। ਮਹਾਰਾਜ ਤਖਤ ਸਾਹਿਬ ਬੈਠੇ ਆ, ਚਾਰੇ ਪਾਸਿਓਂ ਹੀ ਸੰਗਤਾਂ ਆ ਕੇ ਮੱਥਾ ਟੇਕ ਰਹੀਆਂ ਹਨ। ਆਪਾਂ ਵੀ ਟੇਕੀਏ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਚਾਰ ਚਮਰ ਢੋਰਤ ਜੁਗ ਔਰ। ਤੇ ਸਾਧ ਸੰਗਤ ਜੀ, ਚਾਰ ਚਮਰ ਢੋਰਤ ਜੁਗ ਔਰ, ਦੋਵੇਂ ਪਾਸੇ ਚੌਰ ਸਾਹਿਬ ਹੋ ਰਿਹਾ ਮਹਾਰਾਜ ਜੀ। ਚਾਰ ਦਾ ਅਰਥ ਹੁੰਦਾ ਸੋਹਣੇ। ਹੁਣ ਤੇ ਇੱਕ ਪਾਸੇ ਕਰਦਿਆਂ ਹੀ ਕਹਿੰਦੇ ਸਾਡੀਆਂ ਬਾਹਾਂ ਥੱਕ ਜਾਂਦੀਆਂ ਨੇ। ਆਖੋ ਵਾਹਿਗੁਰੂ। ਇਹ ਤਾਂ ਸੇਵਾ ਹੈ, ਸੇਵਾ ਸਤਿਗੁਰੂ ਜੀ ਦੀ। ਦੋਵੇਂ ਪਾਸੇ ਚੌਰ ਸਾਹਿਬ ਹੁੰਦਾ ਜੀ। ਇੱਕ ਸਿੱਖ ਇੱਧਰ ਖਲੋਂਦਾ, ਇੱਕ ਇੱਧਰ ਖਲੋਂਦਾ ਜੀ। ਚੌਰ ਸਾਹਿਬ ਹੁੰਦਾ ਜੀ। ਹੁਣ ਵੀ ਸਾਧ ਸੰਗਤ ਜੀ, ਜਦੋਂ ਤਖਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਵਾਰਾ ਜਾਂਦਾ ਹੈ, ਤੇ ਇੱਕ ਚੌਰ ਸਾਹਿਬ ਅੱਗੇ ਅੱਗੇ, ਇੱਕ ਚੌਰ ਸਾਹਿਬ ਪਿੱਛੇ ਪਿੱਛੇ ਜੀ। ਦੋ ਚੌਰ ਸਾਹਿਬ ਹੁੰਦੇ ਆ ਜੀ। ਹਾਂਜੀ। ਤੇ ਇਹ ਸਾਧ ਸੰਗਤ ਜੀ, ਇਹ ਨਾਸਤਕਾਂ ਦੀ ਗੱਲ ਨਾ ਸੁਣਿਆ ਕਰੋ। ਦੋ ਦੀ ਥਾਂ ਤੇ ਪੰਜ ਜਣੇ ਵੀ ਇਕੱਠੇ ਚੌਰ ਸਾਹਿਬ ਕਰਨ ਤਾਂ ਭਲਾ ਹੀ ਹੈ, ਓਨੀ ਸੋਭਾ ਵੱਧਦੀ ਹੈ। ਕਈ ਕਹਿ ਦਿੰਦੇ ਜੀ ਪਵਨ ਚਵਰੋਹ ਕਰੇ, ਵੀ ਚੌਰ ਸਾਹਿਬ ਤੇ ਹਵਾ ਕਰ ਹੀ ਰਹੀ ਹੈ ਤੇ ਅਸੀਂ ਕਿਉਂ ਕਰਨਾ? ਨਹੀਂ, ਹਵਾ ਦਾ ਆਪਣਾ ਕੰਮ ਹੈ। ਸਾਡੀ ਸੇਵਾ ਕਿਵੇਂ ਲੱਗੇਗੀ? ਸਾਡੀਆਂ ਬਾਹਾਂ, ਸਾਡੇ ਹੱਥ ਕਿਵੇਂ ਸਫਲੇ ਹੋਣਗੇ? ਅਸੀਂ ਤਾਂ ਜਦੋਂ ਚੌਰ ਸਾਹਿਬ ਸਤਿਗੁਰਾਂ ਤੇ ਕਰਾਂਗੇ ਫੇਰ ਹੀ ਸਫਲੇ ਹੋਣਗੇ ਨਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਕਈਆਂ ਕੱਚਿਆਂ ਪਿੱਲਿਆਂ ਦੀਆਂ ਗੱਲਾਂ ਨਾ ਸੁਣਿਆ ਕਰੋ। ਇੱਕ ਸਮੇਂ ਪੰਜ ਸਿੰਘ ਵੀ ਖੜੇ ਹੋ ਕੇ ਚੌਰ ਸਾਹਿਬ ਕਰਨਾ ਗੁਰੂ ਗ੍ਰੰਥ ਸਾਹਿਬ ਜੀ ਨੂੰ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਭਾ ਜਿਹੜੀ ਆ ਉਹ ਵਧੇਗੀ, ਉਹ ਵਧੇਗੀ। ਮਹਾਰਾਜ ਜੀ ਦੇ ਬਹੁਤ ਸੋਹਣਾ ਚੌਰ ਸਾਹਿਬ ਹੋ ਰਿਹਾ ਦੋਵੇਂ ਪਾਸੇ ਜੀ। ਹਾਂਜੀ। ਅਰਪਹਿ ਖਰੇ ਹੋਏ ਅਰਦਾਸ। ਤੇ ਖਲੋ ਕੇ ਗੁਰੂ ਕੇ ਸਿੱਖ ਅਰਦਾਸ ਕਰਦੇ, ਭੇਟਾ ਰੱਖਦੇ ਸਤਿਗੁਰੂ ਜੀ ਦੇ ਚਰਨਾਂ ਵਿੱਚ। ਦਰਸ਼ਨ ਕਰਤ ਭੀੜ ਵੱਡ ਪਾਸ। ਤੇ ਦਰਸ਼ਨ ਕਰਦੀਆਂ ਸੰਗਤਾਂ, ਵੱਡੀ ਭੀੜ ਹੈ। ਚੌਰ ਸਾਹਿਬ ਤੋਂ ਮੈਨੂੰ ਚੇਤਾ ਆਇਆ, ਹੈਦਰਾਬਾਦ ਦੇ ਨਿਜ਼ਾਮ ਦੀ ਮੈਂ ਵੀਡੀਓ ਦੇਖੀ ਸੀ, ਬੜੀ ਪੁਰਾਣੀ, ਅੱਜ ਤੋਂ 60-70 ਸਾਲ ਪੁਰਾਣੀ ਹੋਏਗੀ, ਬਲੈਕ ਐਂਡ ਵਾਈਟ ਵੀਡੀਓ ਜੀ। ਤੇ ਹਾਥੀ ਤੇ ਉਹ ਚੜਿਆ ਜੀ। ਹਾਂਜੀ। ਦੋ ਬੰਦੇ ਉਹਦੇ ਸਿਰ ਤੇ ਚੌਰ ਸਾਹਿਬ ਦੋ ਕਰਨ ਦਾ ਜੀ। ਦੋ ਬੰਦੇ ਚੌਰ ਸਾਹਿਬ, ਉਹਨਾਂ ਦੀ ਤਾਂ ਚਲੋ ਸਾਹਿਬ ਨਹੀਂ ਕਹਿਣਾ ਚਾਹੀਦਾ, ਚੌਰ ਕਰਨ ਦਾ ਜੀ। ਤੇ ਸਾਧ ਸੰਗਤ ਜੀ, ਉਹ ਤੇ ਫਨਾ ਹੋ ਗਿਆ ਜੀ। ਤੇ ਸਾਡੇ ਗੁਰੂ ਗ੍ਰੰਥ ਸਾਹਿਬ ਤਾਂ ਜੁਗੋ ਜੁਗ ਟੱਲ ਨੇ। ਇਹਨਾਂ ਤੇ ਚੌਰ ਸਾਹਿਬ ਕਰੋਗੇ ਭਲਾ ਹੀ ਹੋਏਗਾ। ਸੋ ਸਾਧ ਸੰਗਤ ਜੀ, ਬੜੀਆਂ ਸੰਗਤਾਂ ਆ ਰਹੀਆਂ ਹਨ, ਵੱਡੀ ਭੀੜ ਲੱਗੀ ਪਈ, ਇਕੱਠ ਹੋਇਆ। ਹਾਂਜੀ। ਚਮੂ ਸੁਭਟ ਗਹਿ ਖੜਗਰੋ ਢਾਲੇ। ਸੂਰਮੇ ਖੜਗਾਂ ਹੱਥ 'ਚ ਲੈ ਕੇ, ਢਾਲਾਂ ਲੈ ਕੇ ਹਰ ਸਮੇਂ ਖੜੇ ਰਹਿੰਦੇ ਹਨ। ਗੁਰ ਪ੍ਰਤਾਪ ਤੇ ਬਲੀ ਵਿਸਾਲੇ। ਸਤਿਗੁਰੂ ਜੀ ਦੇ ਪ੍ਰਤਾਪ ਨਾਲ ਉਹ ਵੀ ਬੜੇ ਬਲਵਾਨ ਹੋ ਗਏ ਹੈ। ਹਾਂਜੀ। ਕੇਹਰ ਕੀ ਸਮਤਾ ਕੋ ਧਰੈ। ਕੇਰੀ ਸ਼ੇਰ ਵਰਗੇ ਨੇ ਸਾਰੇ ਸੂਰਮੇ, ਕੇਰੀ ਸ਼ੇਰ ਵਰਗੇ। ਹਾਂਜੀ। ਬੈਠੇ ਸ਼ੁਭਤ ਸੋ ਦਰਸ਼ਨ ਕਰੈ। ਕਹਿੰਦੇ ਉਹ ਵੀ ਬੈਠੇ ਨੇ ਤੇ ਸਤਿਗੁਰੂ ਜੀ ਦੇ ਸੋਹਣੇ ਦਰਸ਼ਨ ਕਰ ਰਹੇ ਨੇ ਜੀ। ਗੁਰਸਿੱਖ ਸੂਰਮੇ ਕੇਰੀ ਸ਼ੇਰਾਂ ਵਰਗੇ, ਉਹ ਵੀ ਸਤਿਗੁਰੂ ਜੀ ਦੇ ਬਹਿ ਕੇ ਦਰਸ਼ਨ ਕਰਦੇ ਬੜੇ ਫੱਬਦੇ ਹਨ। ਭੱਲੇ ਤ੍ਰੇਹਣ ਆਦਿਕ ਔਰ। ਸੋ ਬਾਬਾ ਭੱਲੇ ਗੁਰੂ ਅਮਰਦਾਸ ਜੀ ਦਾ ਪਰਿਵਾਰ, ਤ੍ਰੇਹਣ ਸਾਰੇ। ਹਾਂਜੀ। ਭੀੜ ਹਜ਼ਾਰੋਂ ਕੀ ਤਿਸ ਠੌਰ। ਹਜ਼ਾਰਾਂ ਹੀ ਸੰਗਤਾਂ ਵਿਆਹ ਤੋਂ ਪਹਿਲਾਂ ਇਕੱਠੀਆਂ ਹੋ ਗਈਆਂ ਜੀ। ਹਾਂਜੀ। ਕੌਣ ਕੌਣ ਕਹਿ ਗਿਨੇ ਸਮਾਜ। ਭਾਈ ਸੰਤੋਖ ਸਿੰਘ ਕਹਿੰਦੇ, ਸੰਗਤ ਜੀ ਮੈਂ ਕਿਹਦਾ ਨਾਮ ਲਿਖਾਂ ਇੱਥੇ। ਲੈਣ ਦੇਣ ਸਮ ਹੋਏ ਮਹਾਰਾਜ। ਜਿਵੇਂ ਬਾਦਸ਼ਾਹਾਂ ਦਾ ਠਾਠ ਪ੍ਰਤਾਪ ਹੁੰਦਾ ਹੈ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਠਾਠ ਤੇਜ ਪ੍ਰਤਾਪ ਉਹਨਾਂ ਨਾਲੋਂ ਵੀ ਵੱਡਾ ਹੀ ਹੈ। ਹਾਂਜੀ। ਨਿਕਟ ਵਿਆਹ ਕੋ ਦਿਵਸ ਜੋ ਆਇਓ। ਸੋ ਹੌਲੀ ਹੌਲੀ ਨੇੜੇ ਸਤਿਗੁਰੂ ਜੀ ਦਾ ਵਿਆਹ ਆ ਗਿਆ। ਅੰਤੈਪੁਰ ਸ਼੍ਰੀ ਗੁਰ ਬੁਲਵਾਇਓ। ਤੇ ਅੰਦਰਲੇ ਘਰ ਗੁਰੂ ਜੀ ਨੂੰ ਬੁਲਵਾਇਆ ਗਿਆ।
ਲੌਕਿਕ ਵੈਦਿਕ ਰੀਤ ਅਨੇਕ, ਹਾਂਜੀ। ਸਕਲ ਕਰੀ ਕੋ ਕਹੈ ਵਿਵੇਕ। ਤੇ ਸਾਧ ਸੰਗਤ ਜੀ, ਜਿਵੇਂ ਫਿਰ ਬਾਹਰੀ ਤੌਰ ਤੇ ਮਰਿਆਦਾ ਸੀਗੀ, ਉਹ ਮਰਿਆਦਾ ਸਾਰੀ ਪਰਿਵਾਰ ਦੇ ਵਿੱਚ ਜਿਵੇਂ ਚੱਲਦਾ ਸੀਗਾ, ਉਹ ਸਾਰਾ ਕੁਝ ਕੀਤਾ ਗਿਆ। ਪੀਤ ਬਸਤਰ ਸੁੰਦਰ ਬਹੁ ਰੰਗ, ਸ੍ਰੀ ਗੁਰ ਹਰਗੋਬਿੰਦ ਧਰ ਅੰਗ। ਕਮਾਲ ਨੇ ਭਾਈ ਸਾਹਿਬ, ਭਾਈ ਸੰਤੋਖ ਸਿੰਘ ਜੀ, ਕਮਾਲ ਹੀ ਨੇ। ਆਖੋ ਵਾਹਿਗੁਰੂ ਵਾਹਿਗੁਰੂ। ਦੱਸਿਆ ਵੀ ਫਿਰ ਮਹਾਰਾਜ ਨੂੰ ਪੀਲੇ ਰੰਗ ਦੇ ਕੱਪੜੇ ਪਵਾਏ ਜੀ, ਪੀਲੇ ਰੰਗ ਦੇ ਚੋਲਾ ਪਵਾਇਆ ਮਹਾਰਾਜ ਨੂੰ। ਹਾਂਜੀ। ਉਦਤ ਅਧਿਕ ਦੁੱਤ ਮੁਦਦ ਨਿਹਾਰੈ। ਬੜਾ ਫੱਬ ਰਿਹਾ ਜੀ। ਮਹਾਂਪੁਰਖ ਤਾਂ ਜਿਹੜਾ ਮਰਜ਼ੀ ਰੰਗ ਪਾਉਣ, ਫੱਬ ਹੀ ਜਾਂਦਾ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਕਿਉਂ? ਅੰਦਰ ਨਾਮ ਦਾ ਰੰਗ ਹੈ ਨਾ, ਅੰਦਰ ਨਾਮ ਦਾ ਰੰਗ ਹੈ। ਮਹਾਰਾਜ ਜੀ ਨੂੰ ਬੜਾ ਫੱਬ ਰਿਹਾ। ਉਦਤ ਅਧਿਕ ਦੁੱਤ ਮੁਦਤ ਨਿਹਰਹਿ। ਸਾਧ ਸੰਗਤ ਜੀ, ਬੜਾ ਫੱਬ ਰਿਹਾ। ਗੁਰੂ ਕੇ ਸਿੱਖ ਦਰਸ਼ਨ ਕਰ ਰਹੇ ਨੇ। ਤਨ ਮਨ ਧਨ ਤ੍ਰਿਅਨ ਗਨਵਾਰੈ। ਸੋ ਸਾਧ ਸੰਗਤ ਜੀ, ਜਿਹੜਾ ਵੀ ਦਰਸ਼ਨ ਕਰਦਾ ਉਹਦਾ ਜੀ ਕਰਦਾ ਤਨ ਮਨ ਧਨ ਸਾਰਾ ਕੁਝ ਹੀ ਮੈਂ ਸਤਿਗੁਰੂ ਜੀ ਤੋਂ ਵਾਰ ਦਿਆਂ। ਇਹ ਦਰਸ਼ਨਾਂ ਦਾ ਪ੍ਰਤਾਪ ਹੈ ਸੱਚੇ ਪਾਤਸ਼ਾਹ ਜੀ ਦੇ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਹਾਂਜੀ। ਜਬਰ ਜਰਾਉ ਜਵਾਹਰ ਜਰੇ, ਭੂਖਤ ਭੂਖਨ ਅੰਗਨ ਧਰੇ। ਸੋ ਬੜੇ ਬੜੇ ਹੀਰੇ ਲੱਗੇ ਹੋਏ ਕੜੇ ਗੁਰਸਿੱਖਾਂ ਨੇ ਮਹਾਰਾਜ ਨੂੰ ਭੇਟਾ ਕੀਤੇ। ਸਤਿਗੁਰੂ ਜੀ ਨੇ ਉਹ ਆਪਣੇ ਤਨ ਉੱਤੇ ਧਾਰਨ ਕੀਤੇ। ਚਿਤਵਤ ਚਿਤ ਹੈ ਚੁਰਾਵਤ ਚਾਰੂ, ਹਾਥ ਕੰਕਨਾ ਬੰਦ ਉਦਾਰੂ। ਕਹਿੰਦੇ ਜਦੋਂ ਮਹਾਰਾਜ ਵੇਖਦੇ ਸਨ ਨਾ, ਦਿਲ ਹੀ ਚੁਰਾ ਲੈਂਦੇ ਸੀਗੇ ਜੀ। ਏਡਾ ਸੋਹਣਾ ਮਹਾਰਾਜ ਦਾ ਰੂਪ, ਇੰਨਾ ਸੋਹਣਾ ਰੂਪ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਾ ਸੋਹਣਿਆਂ ਦੇ ਸੁਲਤਾਨ ਵੀ ਕਿਹਾ ਜਾਂਦਾ ਜੀ। ਕੀ ਕਿਹਾ ਜਾਂਦਾ ਹੈ? ਹਾਂ, ਸੋਹਣਿਆਂ ਦੇ ਸੁਲਤਾਨ ਨੇ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ। ਹਾਂਜੀ। ਬ੍ਰਿੰਦ ਮਸੰਦ ਬਿਲੰਦ ਬਰਾਤੀ, ਭੱਲੇ ਤ੍ਰੇਹਨ ਸਜ ਭਲ ਭਾਂਤੀ। ਬੜੇ ਮਸੰਦ ਤੇ ਭੱਲੇ ਤ੍ਰੇਣ ਸਾਰੇ ਤਿਆਰ ਹੋਏ ਮਹਾਰਾਜ ਜੀ ਨੂੰ ਬਰਾਤ ਚ ਲੈ ਕੇ ਜਾਣ ਵਾਸਤੇ। ਹਾਂਜੀ। ਸਿੱਖ ਪ੍ਰਧਾਨ ਵਿਦੇਸ਼ਨ ਆਏ। ਪ੍ਰਮੁੱਖ ਜਿਹੜੇ ਗੁਰੂ ਕੇ ਸਿੱਖ ਨੇ ਵਿਦੇਸ਼ਾਂ ਵਿੱਚੋਂ ਵੀ ਆਏ ਜੀ ਫਿਰ ਵਿਆਹ ਵਿੱਚ। ਸੰਗ ਸੰਗਤਾਂ ਜਿਨ ਸਮੁਦਾਏ, ਜਿਨ੍ਹਾਂ ਦੇ ਨਾਲ ਸੰਗਤਾਂ ਬੜੀਆਂ ਨੇ ਜੀ। ਹੁਣ ਵੇਖੋ ਨਾ ਜੀ, ਲੱਖ ਲੱਖ ਰੁਪਏ ਦੇ ਤੇ ਘੋੜੇ ਤੇ ਮਹਾਰਾਜ ਬੈਠਦੇ ਆ ਜੀ। ਹਾਂਜੀ। ਭਾਈ ਬਟੋਰਨ ਵੱਡੀ ਬਰਾਤ। ਸੋ ਫਿਰ ਕੀ ਹੋਇਆ ਜੀ? ਸਮਾਂ ਨੇੜੇ ਆ ਗਿਆ ਤੇ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਬਰਾਤ ਲੈ ਕੇ ਤੁਰੇ ਜੀ। ਫਿਰ ਜੀ ਬਰਾਤ ਇਕੱਠੀ ਹੋਈ ਜੀ। ਹਾਂਜੀ। ਸ੍ਰੀ ਸਤਿਗੁਰ ਅਸ ਚੜੇ ਪਰਿਆਤ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਤੇ ਫਿਰ ਸ੍ਰੀ ਸਤਿਗੁਰ ਅਸ ਚੜੇ ਪ੍ਰਿਆਤ। ਮਹਾਰਾਜ ਫਿਰ ਸਾਧ ਸੰਗਤ ਜੀ ਸਵੇਰ ਦੇ ਸਮੇਂ ਹੀ ਘੋੜੇ ਤੇ ਚੜ ਗਏ ਹਨ, ਬਰਾਤ ਨੂੰ ਤੋਰਨਾ ਹੈ। ਹਾਂਜੀ। ਡਫ ਗਨ ਪਟਹਿ ਬੰਸਰੀ ਬਾਜਤ। ਡੱਫਾਂ ਵੱਡੇ ਢੋਲ ਬੰਸਰੀਆਂ ਵੱਜ ਰਹੀਆਂ ਹਨ। ਧੁਨ ਦੁੰਧਪ ਸੁਨ ਕੈ ਘਨ ਲਾਜਤ। ਦੁੰਦਬੀਆਂ ਦੀਆਂ ਧੁਨਾਂ ਜਿਹੜੀਆਂ ਉਹ ਐ ਵੱਜ ਰਹੀਆਂ ਜਿਵੇਂ ਬੱਦਲ ਹੀ ਗਰਜ ਰਹੇ ਹੋਣ ਜੀ। ਉਦੋਂ ਇਹੋ ਹੀ ਬੈਂਡ ਵੱਜਾ ਸੀਗਾ ਜੀ। ਹਾਂਜੀ। ਚੱਲੇ ਬੈਰਕਾਂ ਧਰੇ ਅਗਾਰੀ। ਝੰਡੀਆਂ ਲਾ ਦਿੱਤੀਆਂ ਜੀ ਅੱਗੇ ਅੱਗੇ। ਰੱਥ ਤਿਆਰ, ਘੋੜੇ ਤਿਆਰ, ਹਾਥੀ ਤਿਆਰ। ਕਿਉਂ? ਦੀਨ ਦੁਨੀ ਦਾ ਪਾਤਸ਼ਾਹ ਦੀ ਬਰਾਤ ਹੈ। ਹਾਂਜੀ। ਖਰੇ ਪੁੰਜ ਹੇਰਤ ਨਰ ਨਾਰੀ। ਇਸਤਰੀਆਂ ਮਰਦ ਖੜੇ ਹੋ ਕੇ ਵੇਖਦੇ ਆ ਜਿਨ੍ਹਾਂ ਬਰਾਤ ਚ ਨਹੀਂ ਸੀ ਜਾਣਾ। ਹਾਂਜੀ। ਹਾਏ ਪੌਰਨ ਤੇ ਨਾਦਤ ਅਵਨੀ, ਦੁਲਹੋ ਜੁਤ ਬਰਾਤ ਬਨ ਰਵਨੀ। ਕਹਿੰਦੇ ਇੱਕਦਮ ਜਦੋਂ ਇਹ ਘੋੜੇ ਤੁਰੇ ਆ, ਇੱਕ ਵਾਰੀ ਸਾਰੀ ਧਰਤੀ ਤੇ ਘੋੜਿਆਂ ਦੀ ਆਵਾਜ਼ ਹੋ ਗਈ, ਉਹਨਾਂ ਦੇ ਪੌੜਾਂ ਦੀ ਜੀ। ਮਹਾਰਾਜ ਸੱਚੇ ਪਾਤਸ਼ਾਹ ਤਾਂ ਬਾਲੇ ਹੀ ਫੱਬ ਰਹੇ। ਦਿਨ ਦੁਨੀ ਦਾ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ, ਦਿਨ ਦੁਨੀ ਦਾ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ। ਫੱਬ ਰਹੇ ਮਹਾਰਾਜ, ਦੁੱਲੇ ਬਣੇ ਫੱਬ ਰਹੇ, ਪੀਲੇ ਰੰਗ ਦੇ ਬਸਤਰ ਪਾਏ ਜੀ। ਦਿਨ ਦੁਨੀ ਦਾ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ,
ਦੀਨ ਦੁਨੀ ਦਾ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ। ਹਾਂਜੀ। ਪੁਰ ਮਹਿ ਸਦਨ ਹੁਤੋ ਜਿਸਥਾਨ, ਸੋ ਨਗਰ ਵਿੱਚ ਜਿੱਥੇ, ਹਾਂਜੀ, ਹਰੀ ਚੰਦ ਜਿਹੇ ਭਾਗ ਮਹਾਨ। ਬਾਬਾ ਹਰੀ ਚੰਦ ਜੀ ਮਹਾਂਪੁਰਸ਼ਾਂ ਦਾ ਘਰ ਸੀਗਾ। ਇੱਕ ਥਲ ਮਿਲ ਖੱਤਰੀ ਸਮੁਦਾਏ, ਉਥੇ ਸਾਰੇ ਇੱਕ ਥਾਂ ਇਕੱਠੇ ਹੋ ਗਏ। ਹਿਤ ਸਨਮਾਨ ਅਗਾਊ ਆਏ, ਅਗਲਵਾਂਢੀ ਸਾਰੇ ਬਰਾਤ ਨੂੰ ਲੈਣ ਵਾਸਤੇ ਆਏ ਹਨ। ਅਨਗਨ ਧਨ ਜਨ ਘਰ ਬਨ ਬਰਖੇ, ਅਨਗਨ ਧਨ ਜਨ ਘਨ ਗਨ ਬਰਖੇ। ਆਖੋ ਵਾਹਿਗੁਰੂ। ਘਨ ਬਨ ਬਰਖੇ। ਕਹਿੰਦੇ ਗੁਰਸਿੱਖ ਫਿਰ ਮਾਇਆ ਵਾਰਦੇ, ਸੁੱਟਦੇ ਜੀ, ਮਾਇਆ ਦੀ ਵਰਖਾ ਕਰਦੇ। ਇੰਨੀ ਜ਼ਿਆਦਾ ਗੁਰਸਿੱਖਾਂ ਨੇ ਮਹਾਰਾਜ ਜੀ ਤੋਂ ਮਾਇਆ ਦੀ ਵਰਖਾ ਕੀਤੀ। ਮੈਂ ਪਹਿਲਾਂ ਬੇਨਤੀ ਕੀਤੀ, ਕੁੱਲ ਦੁਨੀਆ ਵੇਚ ਕੇ ਮਾਇਆ ਲੈ ਕੇ ਮਹਾਰਾਜ ਤੋਂ ਵਾਰ ਦਈਏ, ਇਹ ਵੀ ਥੋੜੀ ਹੈ। ਸਤਿਗੁਰੂ ਜੀ ਦਾ ਪ੍ਰਤਾਪ ਬੜਾ ਹੀ ਵੱਡਾ ਹੈ, ਬੜਾ ਹੀ ਵੱਡਾ ਹੈ। ਗੁਰਸਿੱਖ ਕੀ ਕਰਦੇ ਆ? ਮਾਇਆ ਸੁੱਟਦੇ ਆ, ਵਾਰਦੇ ਆ, ਵਰਸ਼ਾ ਕਰਦੇ। ਕਹਿੰਦੇ ਉਹ ਇੰਝ ਮਾਇਆ ਆਉਂਦੀ ਹੈ ਜਿਵੇਂ ਸਾਧ ਸੰਗਤ ਜੀ ਬਦਲਾਂ ਦੇ ਵਿੱਚੋਂ ਮੀਂਹ ਡਿੱਗ ਰਿਹਾ ਹੋਵੇ ਜੀ, ਏਦਾਂ। ਹਾਂਜੀ। ਗੁਰ ਰੁਖ ਪਿਖ ਗੇਰਤ ਉਰ ਹਰਖੇ, ਮਹਾਰਾਜ ਦਾ ਰੁੱਖ ਵੇਖਦੇ ਆ ਵੀ ਮਹਾਰਾਜ ਰੋਕਦੇ ਤਾਂ ਨਹੀਂ, ਮਹਾਰਾਜ ਨੇ ਕੁਝ ਨਹੀਂ ਕਿਹਾ, ਤੇ ਫਿਰ ਸਿੱਖਾਂ ਨੂੰ ਮਿਲ ਗਈ ਖੁਸ਼ੀ ਜੀ, ਅਗਲੇ ਕਰਨ ਧਨ ਦੀ ਵਰਖਾ। ਆਹ ਸੰਗਤ ਜੀ ਇਹਦੇ ਚ ਕੀ ਹੈ? ਆ ਮਾੜੂ ਮੋਟ ਜਿਹਾ ਬੰਦਾ ਘੋੜੇ ਤੇ ਬਹਿ ਜਾਂਦਾ ਜੀ, ਬੱਲੇ ਕੱਖ ਨਹੀਂ ਹੁੰਦਾ, ਤੇ ਲੋਕ ਉਹਦੇ ਤੋਂ ਵੀ ਨੋਟ ਸੁੱਟੀ ਜਾਂਦੇ ਆ ਜੀ। ਕਿਉਂ? ਲਾੜਾ ਬਣਿਆ ਹੁੰਦਾ ਜੀ। ਤੇ ਸਾਡੇ ਸੱਚੇ ਪਾਤਸ਼ਾਹ ਤਾਂ ਮਾਲਕ ਨੇ, ਪਰਮੇਸ਼ਰ ਨੇ, ਇਹਨਾਂ ਤੇ ਕਿਉਂ ਨਹੀਂ ਮਾਇਆ ਦੀ ਵਰਖਾ ਕਰਨੀ ਚਾਹੀਦੀ? ਹਾਂਜੀ। ਭਏ ਨਿਹਾਲ ਰੰਕ ਜੇ ਜਾਲ, ਸੋ ਉੱਥੋਂ ਦੇ ਜਿਹੜੇ ਗਰੀਬ ਸੀਗੇ ਉਹ ਤੇ ਪੈਸੇ ਲੁੱਟ ਲੁੱਟ ਕੇ ਤੇ ਅਮੀਰ ਹੋ ਗਏ ਜੀ। ਆਖੋ ਵਾਹਿਗੁਰੂ। ਵਾਹ। ਉਹਨਾਂ ਦੀਆਂ ਭੁੱਖਾਂ ਦੂਰ ਹੋ ਗਈਆਂ ਜੀ। ਹਾਂਜੀ। ਗੁਰ ਕੀਰਤ ਬਰਨੰਤ ਵਿਸਾਲ, ਉਹ ਵੀ ਮਹਾਰਾਜ ਦੀ ਕੀਰਤੀ ਕਰਦੇ ਵੀ ਵਿਆਹ ਹੋਵੇ ਤੇ ਇਹੋ ਜਿਹਾ ਹੋਵੇ। ਕਿਉਂ? ਉਹਨਾਂ ਨੂੰ ਮਾਇਆ ਚੋਂ ਮਿਲੀ ਜੀ। ਹਾਂਜੀ। ਹਰੀ ਚੰਦ ਹਿਤ ਮਿਲਨੀ ਆਇਓ, ਤੇ ਬਾਬਾ ਜੀ, ਬਾਬਾ ਹਰੀ ਚੰਦ ਜੀ ਮਿਲਣੀ ਵਾਸਤੇ ਆਏ। ਮਿਲਣੀ ਤੇ ਹੋਣੀ ਸੀਗੀ ਜੀ। ਹਾਂਜੀ। ਵਸਤਰ ਦਰਬ ਅਰਪਨ ਕੋ ਲਿਆਇਓ, ਵਸਤਰ ਤੇ ਧਨ ਅਰਪਣ ਕਰਨੇ ਸਨ, ਫਿਰ ਮਿਲਣੀ ਕਰਨੀ, ਕੱਪੜੇ ਦੇਣੇ ਹੀ, ਮਾਇਆ ਦੇਣੀ ਸੀ। ਇਤ ਸਤਿਗੁਰ ਨੇ ਹਿਰਦੇ ਵਿਚਾਰਿਓ। ਸੰਗਤ ਜੀ ਕੋਈ ਮਹਿਮਾ ਨਹੀਂ ਹੋ ਸਕਦੀ ਜੀ। ਹੁਣ ਧਿਆਨ ਨਾਲ ਸੁਣਿਆ, ਸ੍ਰੀ ਗੁਰੂ ਅਰਜਨ ਦੇਵ ਜੀ ਦੀ ਜਗ੍ਹਾ ਮਿਲਣੀ ਕਰਨੀ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਸੋਚਿਆ ਵੀ ਫਿਰ ਕਿਹਨੂੰ ਮਿਲਣੀ ਤੇ ਲਾਉਣਾ? ਵਿਚਾਰ ਤੇ ਚਾਹੀਦੀ ਹੈ। ਮਿਲਣੀ ਤੇ ਪਿਤਾ ਦੀ ਮਿਲਣੀ ਕਰਾਉਣੀ ਹੈ, ਸਤਿਗੁਰੂ ਤਾਂ ਸ਼ਹੀਦੀ ਪਾ ਗਏ, ਮਿਲਣੀ ਤੇ ਕਿਹਨੂੰ ਲਾਉਣਾ? ਹਾਂਜੀ। ਮਿਲਹਿ ਬ੍ਰਿਧ ਸਾਹਿਬ ਨਿਰਧਾਰਿਓ, ਸਤਿਗੁਰੂ ਜੀ ਨੇ ਫੁਰਨਾ ਬਣਾਇਆ ਵੀ ਸਾਡੇ ਪਿਤਾ ਜੀ ਦੀ ਜਗ੍ਹਾ ਫਿਰ ਮਿਲਣੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਕਰਨਗੇ। ਹਾਂਜੀ। ਗੱਜ ਕੇ ਕਹੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਗੱਜ ਕੇ ਕਹਿ ਰਹੇ ਹੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਕਿੱਡੇ ਵੱਡੇ ਬਾਬਾ ਬੁੱਢਾ ਜੀ ਪਿਤਾ ਜੀ ਦੀ ਥਾਂ ਤੇ ਸਤਿਗੁਰੂ ਭੇਜ ਰਹੇ ਜੀ। ਹਾਂਜੀ। ਕਰ ਕੁਲ ਰੀਤ ਮਿਲਿਓ ਹਟ ਆਏ। ਸੋ ਬਾਬਾ ਜੀ ਨੂੰ ਆਖਿਆ, ਬਾਬਾ ਜੀ ਕਹਿੰਦੇ ਮਹਾਰਾਜ ਮੈਂ, ਮਹਾਰਾਜ ਕਹਿੰਦੇ ਹਾਂਜੀ ਤੁਸੀਂ ਸਾਡੇ ਪਿਤਾ ਜੀ ਹੋ। ਤੁਸੀਂ ਵੀ ਕਹਿਣ ਲੱਗੇ ਬੁੱਢਾ ਗੁਰ ਨਾਨਕ ਸਮ ਜਾਨੋ, ਕਰ ਕੁਲ ਰੀਤ ਮਿਲਿਓ ਹਟ ਆਏ। ਬਾਬਾ ਜੀ ਨੇ ਫਿਰ ਮਿਲਣੀ ਕੀਤੀ ਜੀ ਬਾਬਾ ਹਰੀ ਚੰਦ ਜੀ ਨਾਲ। ਕਿੱਡੇ ਵੱਡੇ ਬਾਬਾ ਬੁੱਢਾ ਸਾਹਿਬ। ਇੱਕ ਵਾਰੀ ਫਿਰ ਗੱਜ ਕੇ ਕਹਿ ਦਿਓ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। 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 ਕਿੱਡੇ ਵੱਡੇ ਬਾਬਾ ਬੁੱਢਾ ਜੀ, ਕੋਈ ਅੰਦਾਜ਼ਾ ਹੀ ਨਹੀਂ ਹੈਗਾ ਸੰਗਤ ਜੀ। ਉਹ ਕਥਾ ਤੁਸੀਂ ਸੁਣੀ ਨਾ, ਭਾਈ ਜੇਠਾ ਜੀ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ, ਭਾਈ ਜੇਠਾ ਜੀ ਨੇ ਬਾਬਾ ਜੀ ਨੂੰ ਕਿਹਾ ਵੀ ਸਤਿਗੁਰੂ ਨੂੰ ਬਾਹਰ ਲੈ ਕੇ ਆਉਣਾ ਗਵਾਲੀਅਰ ਦੇ ਕਿਲੇ ਚੋਂ, ਤੇ ਜਹਾਂਗੀਰ ਨੂੰ ਫਿਰ ਕੁਝ ਵਿਖਾਈਏ, ਪਰ ਮਹਾਰਾਜ ਦਾ ਹੁਕਮ ਨਹੀਂ। ਤੇ ਬਾਬਾ ਬੁੱਢਾ ਜੀ ਕਹਿੰਦੇ ਕੋਈ ਨਹੀਂ, ਜੋ ਕਰਨਾ ਕਰੋ, ਮੇਰਾ ਨਾਮ ਲੈ ਦਿਓ। ਕਹਿਣ ਲੱਗੇ ਕਿੱਡਾ ਵੱਡਾ ਮਾਣ ਜੀ।
ਹਾਂਜੀ। ਤਬ ਟੁਕਾਓ ਕਰ ਬੇਗ ਮੰਗਾਏ। ਸੋ ਫਿਰ ਸਾਧ ਸੰਗਤ ਜੀ ਮਿਲਣੀ ਕਰਕੇ ਫਿਰ ਟਿਕਾਓ ਕੀਤਾ ਜੀ, ਪੜਾ ਕੀਤਾ ਜਿੱਥੇ ਬਹਿਣਾ ਹੁੰਦਾ ਬਰਾਤ ਨੇ। ਲੋਕ ਹਜ਼ਾਰਨ ਹੇਰਨ ਕਰੈ। ਛੇਤੀ ਮੰਗਵਾ ਲਏ ਸਾਧ ਸੰਗਤ ਜੀ, ਟਿਕਾਓ ਛੇਤੀ ਕਰਾ ਲਿਆ। ਲੋਕ ਹਜ਼ਾਰਨ ਹੇਰਨ ਕਰੈ, ਹਜ਼ਾਰਾਂ ਲੋਕ ਸਤਿਗੁਰੂ ਦੇ ਦਰਸ਼ਨ ਕਰਦੇ, ਮੇਰੇ ਬਾਬਾ ਬੁੱਢਾ ਜੀ ਦੇ ਦਰਸ਼ਨ ਕਰਦੇ ਜੀ। ਹਾਂਜੀ ਭਾਈ ਭੀੜ ਭਾਰੀ ਭਰ ਪੂਰੇ। ਵਾਹ ਜੀ ਵਾਹ, ਭਾਰੀ ਭੀੜ ਹੋਈ ਪਈ ਐ, ਬੰਦਿਆਂ ਚ ਬੰਦੇ ਵੱਜਦੇ ਫਿਰਦੇ ਐ। ਆਖੋ ਵਾਹਿਗੁਰੂ। ਜਿਵੇਂ ਹੋਲੇ ਮਹੱਲੇ ਦਾ ਮੇਲਾ ਹੁੰਦਾ ਨਾ, ਇੰਝ ਹੀ ਹੋਇਆ ਪਿਆ ਜੀ। ਹਾਂਜੀ ਦੁਲਹੋ ਚੜ ਬੜਵਾ ਅਤ ਸੋਹਤ। ਹਾਂਜੀ। ਗਨ ਨਰ ਨਾਰਨ ਕੇ ਮਨ ਮੋਹਤ। ਤੇ ਸਾਰੇ ਕਹਿੰਦੇ ਜੀ ਦੂਲਾ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਤਾਂ ਘੋੜੇ ਤੇ ਬੈਠੇ ਬਹੁਤੇ ਹੀ ਫੱਬ ਰਹੇ ਨੇ, ਸਾਰਿਆਂ ਦਾ ਮਨ ਹੀ ਚੁਰਾ ਰਹੇ ਨੇ। ਹਾਂਜੀ ਜਾਏ ਦਵਾਰ ਲਗ ਕੀਏ ਕੁਲ ਚਾਲ। ਸੋ ਹੌਲੀ ਹੌਲੀ ਦਰਵਾਜ਼ੇ ਤੱਕ ਲੈ ਗਏ। ਬੋਲਤ ਮਧੁਰ ਬਿਲੋਕਤ ਬਾਲ। ਬੜੇ ਬੜੇ ਮਿੱਠੇ ਬੋਲ ਜਿਹੜੇ ਆ ਉਹ ਬੋਲੇ ਜਾ ਰਹੇ ਸਨ। ਬਾਹਰ ਬਰਾਤ ਕਰਿਓ ਸਭ ਡੇਰਾ। ਫਿਰ ਬਰਾਤ ਨੇ ਡੇਰਾ ਕੀਤਾ। ਜਥਾ ਜੋਗ ਮੈਂ ਥਲ ਜਨਹੇਰਾ। ਜਿੱਥੇ ਜਿੱਥੇ ਜਿਹਦੀ ਜਿਹਦੀ ਜਗ੍ਹਾ ਸੀ ਸਾਰਿਆਂ ਨੇ ਉੱਥੇ ਉੱਥੇ ਉਤਾਰਾ ਕੀਤਾ। ਅਧਿਕ ਧੂਮ ਸਗਰੇ ਪੁਰ ਹੋਈ। ਵਾਹ ਜੀ ਵਾਹ, ਜਿਹਨੂੰ ਆਪਾਂ ਕਹਿੰਦੇ ਧੂਮ ਧਾਮ ਨਾਲ ਗੁਰਪੁਰਬ ਮਨਾਇਆ ਜਾਏਗਾ। ਆਖੋ ਵਾਹਿਗੁਰੂ। ਵਾਹ ਚਾ ਧੂਮਾਂ ਪੈ ਜਾਣੀਆਂ, ਸਾਰੇ ਨਗਰ ਚ ਖੂਬ ਧੂਮ ਹੋਈ। ਦੇਖਣ ਹੇਤ ਮਿਲੇ ਸਭ ਕੋਈ। ਸਾਰੇ ਵੇਖਣ ਵਾਸਤੇ ਆਏ। ਜੋ ਮੰਗਤ ਜਨ ਮੰਗਤ ਆਵੇ। ਲੋਕ ਆ ਕੇ ਮੰਗਦੇ ਵੀ ਹਨ। ਮਨ ਭਾਵਤ ਸਤਿਗੁਰ ਤੇ ਤੇ ਪਾਵੇ। ਫਿਰ ਗੁਰੂ ਸਾਹਿਬ ਕੋਲੋਂ ਮਨ ਪਾਉਂਦੀਆਂ ਚੀਜ਼ਾਂ ਵੀ ਮਿਲਦੀਆਂ ਨੇ। ਕੋਈ ਪੈਸੇ ਮੰਗਦਾ, ਕੋਈ ਨਾਮ ਦੀਆਂ ਦਾਤਾਂ ਮੰਗਦਾ। ਹਾਂਜੀ ਆਏ ਸਪਾਏ ਮਸੰਦਨ ਦਰਬ। ਮਹਾਰਾਜ ਸੱਚੇ ਪਾਤਸ਼ਾਹ ਹੁਕਮ ਕਰਦੇ ਮਸੰਦਾਂ ਨੂੰ, ਇਹਨਾਂ ਨੂੰ ਮਾਇਆ ਦਿਓ। ਹਾਂਜੀ ਦਿਓ ਰੰਕ ਗਨ ਕੋ ਸੇ ਸਰਬ। ਸੋ ਸਾਰੇ ਮੰਗਣ ਵਾਲਿਆਂ ਨੂੰ ਮਹਾਰਾਜ ਨੇ ਮਾਇਆ ਦਵਾਈ ਜੀ, ਆਪ ਹੀ ਦਿੱਤੀ ਜੀ, ਗੁਰੂ ਦੇ ਖਜ਼ਾਨਿਓਂ ਮਿਲੀ ਜੀ। ਹਾਂਜੀ ਬਾਜੇ ਬਜੇ ਅਨੇਕ ਪ੍ਰਕਾਰ। ਬੜੇ ਤਰ੍ਹਾਂ ਦੇ ਵਾਜੇ ਵੱਜ ਰਹੇ ਹਨ। ਬੀਤਿਓ ਦਿਵਸ ਤਿਮਰ ਬਿਸਤਾਰ। ਦਿਨ ਬਤੀਤ ਗਿਆ, ਹਨੇਰਾ ਫੈਲ ਗਿਆ। ਝਾਰ ਮਸਾਲੇ ਜਵਾਲਤ ਮਤਾਬੀ। ਹਾਂਜੀ। ਹਰੀ ਚੰਦ ਨਰ ਪਠਿਓ ਸ਼ਤਾਬੀ। ਸੋ ਸਾਧ ਸੰਗਤ ਜੀ ਫਿਰ ਮਸ਼ਾਲਾਂ ਬਲੀਆਂ, ਹਰੀ ਚੰਦ ਜੀ ਨੇ ਤਿਆਰੀ ਕੀਤੀ ਸਾਰੀ ਦੀ, ਸ਼ਤਾਬਾਂ ਬਲ ਗਈਆਂ। ਅੱਗੋਂ ਫਿਰ ਜਿਹੜਾ ਪ੍ਰਸੰਗ ਹੈ ਉਹ ਤੁਸੀਂ ਕੱਲ ਨੂੰ ਸਰਵਣ ਕਰ ਲਿਓ, ਕਿਵੇਂ ਮੇਰੇ ਸਤਿਗੁਰੂ ਜੀ ਦੀ ਬਰਾਤ ਗਈ ਹੈ ਤੇ ਦੂਜਾ ਵਿਆਹ। ਵੇਖੋ ਬਾਬਾ ਬੁੱਢਾ ਜੀ ਨੂੰ ਕਿੰਨੀ ਵੱਡੀ ਪਦਵੀ ਮਿਲੀ ਹੈ। ਗੁਰੂ ਜੀ ਨੇ ਆਪਣੇ ਪਿਤਾ ਜੀ ਹੋਣ ਦਾ ਹੀ ਮਾਣ ਦੇ ਦਿੱਤਾ, ਇਹਦੇ ਤੋਂ ਵੱਧ ਕੋਈ ਕੀ ਕਹੇਗਾ। ਮਹਾਰਾਜ ਜੀ ਮਿਹਰਾਂ ਕਰਨ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ। ਅਗਲਾ ਪ੍ਰਸੰਗ ਕੱਲ ਨੂੰ ਸਰਵਣ ਕਰਾਂਗੇ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ।